ਮਾਣਮੱਤੇ ਇਤਿਹਾਸ ਨੂੰ ਯਾਦ ਕਰਦਿਆਂ ਅੱਜ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 3300 ਕਰੀਬ ਸਕੂਲਾਂ ਦਾ ਜਿਹੜਾ ਇਹ ਸਾਂਝਾ ਵੈਬੀਨਾਰ ਆਰਗੇਨਾਈਜ਼ ਕੀਤਾ ਗਿਆ। ਅੱਜ ਅਸੀਂ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਉਹਨਾਂ ਦੇ ਜਿਹੜਾ ਮਾਣਮੱਤਾ ਵਿਰਸਾ ਔਰ ਸ਼ਹੀਦੀਆਂ ਨੂੰ ਯਾਦ ਕਰਾਂਗੇ, ਔਰ ਇਸ ਦੌਰਾਨ ਜਿਹੜੇ ਬਾਕੀ ਮਹੱਤਵਪੂਰਨ ਜਿਹੜੀਆਂ ਸ਼ਖਸੀਅਤਾਂ ਜਿਨ੍ਹਾਂ ਦੀ ਕੁਰਬਾਨੀ ਰਹੀ ਹੈ ਔਰ ਜਿਹੜੇ ਇਸ ਇਤਿਹਾਸ ਦੇ ਨਾਇਕ ਬਣ ਕੇ ਉੱਭਰੇ ਸਨ, ਜਿਨ੍ਹਾਂ 'ਚ ਦੀਵਾਨ ਟੋਡਰਮਲ ਜੀ, ਨਵਾਬ ਸ਼ੇਰ ਮੁਹੰਮਦ ਖਾਨ ਜੀ, ਕੁੰਮਾ ਮਾਸ਼ਕੀ ਜੀ, ਇਹਨਾਂ ਸਾਰੀਆਂ ਸ਼ਖਸੀਅਤਾਂ ਦੀ ਜੀਵਨੀ ਦੇ ਉੱਤੇ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਹੋਣਗੇ। ਅੱਜ ਇਸ ਵੈਬੀਨਾਰ ਜਿਸ ਦਾ ਨਾਮ ਜੀਵਤ ਕਈ ਹਜ਼ਾਰ ਹੈ, ਇਸ ਵੈਬੀਨਾਰ ਦੀ ਜਿਹੜੀ ਪ੍ਰਧਾਨਗੀ ਹੈ ਸਰਦਾਰ ਪ੍ਰਗਟ ਸਿੰਘ ਜੀ, ਜੋ ਕਿ ਸਿੱਖਿਆ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ, ਔਰ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਹੀ ਜਹਨ ਦੇ ਵਿੱਚੋਂ ਨਿਕਲਿਆ ਹੋਇਆ ਇਹ ਇੱਕ ਆਈਡੀਆ ਸੀ ਕਿ ਇਸ ਤਰੀਕੇ ਦੇ ਨਾਲ ਬੱਚਿਆਂ ਨਾਲ ਇਤਿਹਾਸ ਦੇ ਬਾਰੇ ਸਾਂਝ ਪਾਈ ਜਾਵੇ। ਔਰ ਇਸ ਵੈਬੀਨਾਰ ਦੇ ਵਿੱਚ ਸਾਡੇ ਨਾਲ ਮੌਜੂਦ ਰਹਿਣਗੇ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ, ਜੋ ਕਿ ਪੰਜਾਬ ਦੇ ਸ਼ਾਹੀ ਇਮਾਮ ਨੇ, ਔਰ ਸਰਦਾਰ ਪਰਮਪਾਲ ਸਿੰਘ ਜੀ, ਜਿਹੜੇ ਕਿ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਕੋਆਰਡੀਨੇਟਰ ਨੇ। ਔਰ ਵਿਸ਼ੇਸ਼ ਤੌਰ ਤੇ ਅੱਜ ਇਸ ਵੈਬੀਨਾਰ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਸੰਬੋਧਨ ਕਰਨਗੇ। ਸਭ ਤੋਂ ਪਹਿਲਾਂ ਇਸ ਵੈਬੀਨਾਰ ਦੀ ਸ਼ੁਰੂਆਤ ਜਿਹੜੀ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀ ਦੋ ਸਟੂਡੈਂਟਸ ਜਿਹੜੀਆਂ ਨੇ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਆਪ ਜੀ ਨਾਲ ਸਾਂਝ ਪਾਉਣਗੇ। ਸਭ ਤੋਂ ਪਹਿਲਾਂ ਗੁਰਜੋਤ ਕੌਰ ਆਪ ਜੀ ਦੇ ਨਾਲ ਇਸ ਇਤਿਹਾਸ ਬਾਰੇ ਸਾਂਝ ਪਾਉਣਗੇ। ਤੇਰੇ ਲਾਲਾਂ ਦਾ ਖੂਨ ਜੇ ਨਾ ਡੁੱਲਦਾ, ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ, ਤਾਲੇ ਟੁੱਟਦੇ ਨਾ ਗੁਲਾਮੀਆਂ ਦੇ ਕਦੇ, ਦੇਸ਼ ਉਵੇਂ ਹੀ ਅੱਜ ਵੀ ਮੁਹਤਾਜ ਰਹਿੰਦਾ। ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ, ਜੰਜੂ ਲਹਾਉਣ ਦਾ ਅੱਜ ਵੀ ਰਿਵਾਜ ਰਹਿੰਦਾ। ਦਸ਼ਮੇਸ਼ ਪਿਤਾ ਜੇ ਸਰਬੰਸ ਵਾਰਦੇ ਨਾ, ਦਸ਼ਮੇਸ਼ ਪਿਤਾ ਜੇ ਸਰਬੰਸ ਵਾਰਦੇ ਨਾ, ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ, ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੋਹ ਮਹੀਨੇ ਦਾ ਇਹ ਹਫਤਾ 6 ਪੋਹ ਤੋਂ 13 ਪੋਹ ਤੱਕ ਦਾ ਸਫ਼ਰ ਸਰਬੰਸਦਾਨੀ ਦੇ ਸਰਬੰਸ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਹੈ। ਨੂੰ ਮੱਦੇ ਨਜ਼ਰ ਰੱਖਦਿਆਂ ਮੈਂ ਤੁਹਾਡੇ ਨਾਲ ਗੁਰੂ ਜੀ ਤੇ ਉਹਨਾਂ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦੇ ਇਤਿਹਾਸ ਦੀਆਂ ਘਟਨਾਵਾਂ ਸਾਂਝੀਆਂ ਕਰਨੀ ਚਾਹੁੰਦੀ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨਾਲ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਉਹਨਾਂ ਦੇ ਚਿਹਰੇ ਤੇ ਇੱਕ ਰੂਹਾਨੀ ਜਲੌ ਸੀ। ਸ਼੍ਰੀ ਕੀਰਤਪੁਰ ਸਾਹਿਬ ਤੱਕ ਗੁਰੂ ਜੀ ਦਾ ਸਾਰਾ ਕਾਫਲਾ ਬੜੇ ਸਹਿਜ ਨਾਲ ਆਇਆ, ਪਰ ਜਦੋਂ ਇਹ ਕਾਫਲਾ ਸ਼ਾਹੀ ਟਿੱਬੀ ਕੋਲ ਪਹੁੰਚਿਆ ਤਾਂ ਜਾਣੀ ਜਾਣ ਗੁਰੂ ਜੀ ਨੇ ਆਪਣੀ ਪਿਛਲੀ ਬਾਹੀ ਨੂੰ ਮਜ਼ਬੂਤ ਕਰ ਲਿਆ। ਪਿਛਲੀ ਬਾਹੀ ਤੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨਾਲ ਭਾਈ ਸਾਹਿਬ ਸਿੰਘ ਜੀ, ਭਾਈ ਜੀਵਨ ਸਿੰਘ ਜੈਤਾ ਜੀ ਅਤੇ ਭਾਈ ਬਚਿੱਤਰ ਸਿੰਘ ਜੀ ਸਨ। ਜਦੋਂ ਅਚਾਨਕ ਕਿਤੇ ਦੁਸ਼ਮਣਾਂ ਦੇ ਹੱਲੇ ਨੂੰ ਇਹਨਾਂ ਨੇ ਠੱਲ ਪਾ ਦਿੱਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਅੱਧੀ ਰਾਤ ਸਰਸਾ ਨਦੀ ਕੋਲ ਪਹੁੰਚ ਗਏ। ਹੈਰਾਨੀ ਦੀ ਗੱਲ ਹੈ ਕਿ ਸਰਸਾ ਨਦੀ ਤੇ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਗੁਰੂ ਜੀ ਦਾ ਘਰ ਪਰਿਵਾਰ, ਖੁਸ਼ੀਆਂ ਖੇੜੇ ਸਭ ਖੁੱਸ ਗਏ। ਮੌਤ ਸਿਰ ਤੇ ਮੰਡਰਾ ਰਹੀ ਹੈ, ਪਰੰਤੂ ਇਸ ਵਿਪਤਾ ਦੇ ਦੌਰ 'ਚ ਵੀ ਜਦੋਂ ਸਭ ਕੁਝ ਖੇਰੂ ਹੋ ਰਿਹਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਚੌਂਕੜੇ ਮਾਰੋ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ। ਦੇਖੋ ਕਿੰਨਾ ਸਿਦਕ ਹੈ ਮੇਰੇ ਗੁਰੂ ਜੀ ਦਾ। ਅਤੇ ਉਧਰ ਰਾਜਾ ਕੇਸਰੀ ਚੰਦ 1.5 ਲੱਖ ਫੌਜ ਲੈ ਕੇ ਗੁਰੂ ਜੀ ਤੇ ਧਾਵਾ ਬੋਲਦਾ ਹੈ। ਉਸਨੇ ਅੱਗੇ ਮਦਮਸਤ ਹਾਥੀ ਲਾਇਆ ਤਾਂ ਜੋ ਸਿੱਖਾਂ ਨੂੰ ਫਨਾਹ ਕਰ ਦੇਵੇ, ਪਰ ਜਦੋਂ ਉਸ ਦਾ ਪਾੜਾ ਬਾਬਾ ਬਚਿੱਤਰ ਸਿੰਘ ਜੀ ਨਾਲ ਪੈਂਦਾ ਏ ਤੇ ਫਿਰ ਨਾ ਰਾਜਾ ਬਚਦਾ ਹੈ ਤੇ ਨਾ ਹੀ ਰਾਜੇ ਦਾ ਹਾਥੀ। 7 ਪੋਹ ਦਾ ਅੰਮ੍ਰਿਤ ਵੇਲਾ ਆਇਆ। ਦੁਬਾਰਾ ਫਿਰ ਦੁਸ਼ਮਣਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਭਾਰੀ ਹਮਲਾ ਬੋਲਿਆ, ਪਰੰਤੂ ਗੁਰੂ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਰਹਿਨੁਮਾਈ ਹੇਠ ਗੁਰੂ ਜੀ ਦੀ ਫੌਜ ਨੇ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿੱਤੇ। ਫਿਰ ਗੁਰੂ ਜੀ ਰੋਪੜ ਦੇ ਨੇੜੇ ਨਿਹੰਗ ਦੀ ਗੜੀ ਵਿੱਚ ਇੱਕ ਰਾਤ ਬਿਤਾਉਂਦੇ ਹਨ ਅਤੇ ਉਸ ਤੋਂ ਬਾਅਦ ਉਹ ਚਮਕੌਰ ਸਾਹਿਬ ਆ ਗਏ। ਜਿਸ ਖਿੱਤੇ 'ਚ ਕਹਿੰਦੇ ਸੀ ਆਉਣਾ ਇਹ ਉਹੀ ਹੈ ਲਾਲਾਂ ਨੂੰ ਜਿੱਥੇ ਮੈਂ ਕਟਾਉਣਾ ਇਹ ਉਹੀ ਹੈ ਲੁੱਟ ਕੇ ਮੈਂ ਜਿੱਥੋਂ ਜਾਣਾ ਇਹ ਉਹੀ ਹੈ, ਮਿੱਟੀ ਆਖਦੀ ਪਈ ਹੈ ਕਿ ਟਿਕਾਣਾ ਇਹ ਉਹੀ ਹੈ। ਫਿਰ 8 ਪੋਹ ਨੂੰ ਧੰਨ ਹੈ ਜਿਗਰਾਂ ਕਲਗੀਆਂ ਵਾਲੇ ਦਾ,
ਜਿਸਨੇ ਆਪਣੇ ਹੱਥੀਂ ਵਾਰੋ-ਵਾਰੀ ਆਪਣੇ ਦੋਵੇਂ ਪਰਸੰਦਾਂ ਨੂੰ ਪੂਰੇ ਸ਼ਸਤਰਾਂ ਨਾਲ ਸਜਾ ਕੇ ਮੈਦਾਨੇ ਜੰਗ ਵਿੱਚ ਭੇਜਿਆ ਅਤੇ ਅੰਤ ਦੋਵੇਂ ਪਰਸੰਦਾਂ ਨੇ ਪੂਰੇ ਜੰਗਜੂ ਯੋਧਿਆਂ ਵਾਲੇ ਜੋਹਰ ਵਿਖਾਉਂਦਿਆਂ ਅਤੇ ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ ਸ਼ਹਾਦਤ ਪਾ ਲਈ। ਫਿਰ ਪੰਜਾਂ ਸਿੰਘਾਂ ਸਾਹਿਬਾਂ ਦਾ ਹੁਕਮ ਮੰਨਦੇ ਹੋਏ ਅਤੇ ਦੁਸ਼ਮਣਾਂ ਨੂੰ ਲਲਕਾਰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਵੱਲ ਰਵਾਨਾ ਹੋ ਗਏ। यार अल्लाह खां कहते हैं कि अगर हिंद में कोई तीर्थ है यात्रा के लिए, यहाँ बाप ने बेटे कटवा दिए खुदा के लिए। सिख इतिहास ਦਾ ਪੋ ਮਹੀਨੇ ਦਾ ਇਹ ਹਫਤਾ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਨੂੰ ਸਮਰਪਿਤ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਸਫ਼ਰ ਵਿੱਚ ਹਮਰਾਹੀ ਬਣਨਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜੀਵਨ ਜਿਉਂ ਕੇ ਸਾਨੂੰ ਇੱਕ ਮਾਰਗ ਦਰਸ਼ਨ ਦਿਖਾਇਆ ਹੈ। ਉਹਨਾਂ ਦੀ ਜ਼ੁਲਮ ਦੇ ਖਿਲਾਫ ਆਵਾਜ਼ ਸੀ ਕਿ ਨਾ ਹੀ ਅਸੀਂ ਕਦੇ ਕਿਸੇ ਦਾ ਜ਼ੁਲਮ ਸਹਿਣਾ ਹੈ ਅਤੇ ਨਾ ਹੀ ਅਸੀਂ ਕਦੇ ਕਿਸੇ ਤੇ ਜ਼ੁਲਮ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਇਹ ਸੀ ਬੱਚੀ ਗੁਰਜੋਤ ਕੌਰ, ਜਿਹੜੀ ਕਿ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਸਹਾਣਾ ਦੀ ਵਿਦਿਆਰਥਣ ਹੈ। ਇਸੇ ਸਕੂਲ ਦੀ ਇੱਕ ਹੋਰ ਵਿਦਿਆਰਥਣ ਤਨੀਸ਼ਾ ਸ਼ਰਮਾ ਆਪ ਜੀ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਆਪਣੇ ਵਿਚਾਰ ਸਾਂਝੀ ਕਰੇਗੀ। ਕਿਉਂਕਿ ਜਦੋਂ ਗੱਲ ਛੋਟੇ ਸਾਹਿਬਜ਼ਾਦਿਆਂ ਦੀ ਹੁੰਦੀ ਹੈ ਤਾਂ ਅਕਸਰ ਉਹਨਾਂ ਦੇ ਇਤਿਹਾਸ ਜਾਣਨ ਦੇ ਸਭ ਤੋਂ ਵੱਧ ਹੱਕਦਾਰ ਸਾਡੇ ਪੰਜਾਬ ਦੇ ਦੇਸ਼ ਦੇ ਬੱਚੇ ਜਿਹੜੇ ਇਸ ਤੋਂ ਵਾਂਝੇ ਰਹਿ ਜਾਂਦੇ ਨੇ। ਇਹ ਪਹਿਲੀ ਵਾਰ ਹੋਇਆ ਹੈ ਪੰਜਾਬ ਦੇ ਵਿੱਚ ਕਿ ਸਿੱਖਿਆ ਵਿਭਾਗ ਵੱਲੋਂ ਸਰਦਾਰ ਪ੍ਰਗਟ ਸਿੰਘ ਜੀ ਦੀ ਰਹਿਨੁਮਾਈ ਹੇਠ ਇੱਕ ਸਾਰੇ ਸਕੂਲਾਂ ਨੂੰ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਕਿ ਸਾਰੇ ਹੀ ਸਕੂਲਾਂ ਦੇ ਵਿੱਚ ਘੱਟੋ ਘੱਟ 1 ਘੰਟੇ ਦਾ ਪ੍ਰੋਗਰਾਮ ਜਿਹੜਾ ਹੈ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲਾਜ਼ਮੀ ਕਰਵਾਇਆ ਜਾਵੇ। ਔਰ ਸਾਰੇ ਸਕੂਲਾਂ ਨੂੰ, ਚਾਹੇ ਉਹ ਪ੍ਰਾਈਵੇਟ ਨੇ ਸਰਕਾਰੀ ਨੇ, ਸਭ ਨੂੰ ਇਸ ਬਾਰੇ ਆਦੇਸ਼ ਜਿਹੜੇ ਨੇ ਉਹ ਜਾਰੀ ਹੋ ਚੁੱਕੇ ਨੇ। ਇਹਦੇ ਲਈ ਵੀ ਅਸੀਂ ਇਹ ਪਹਿਲੀ ਵਾਰ ਜਿਹੜਾ ਪੰਜਾਬ ਦੇ ਵਿੱਚ ਇਹ ਜ਼ਰੂਰੀ ਕਾਰਜ ਜਿਹੜਾ ਹਰ ਵਾਰ ਰਹਿ ਜਾਂਦਾ ਸੀ ਉਹ ਇਸ ਵਾਰ ਨੇਪਰੇ ਚੜ੍ਹਿਆ। ਹੁਣ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਆਪ ਜੀ ਨਾਲ ਇੱਕ ਵਾਰ ਫਿਰ ਤੋਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਦੀ ਸੁਹਾਣਾ ਦੀ ਵਿਦਿਆਰਥਣ ਤਨੀਸ਼ਾ ਸ਼ਰਮਾ ਵਿਚਾਰ ਸਾਂਝੇ ਕਰੇਗੀ। ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ, ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ। ਇਹ ਤੱਕ ਕੇ ਤਸੀਹਾ ਗਮ ਦਾ ਕੰਧਾਂ ਵੀ ਪਾਗਲ ਹੋ ਗਈਆਂ, ਇਹ ਤੱਕ ਕੇ ਤਸੀਹਾ ਗਮ ਦਾ ਕੰਧਾਂ ਵੀ ਪਾਗਲ ਹੋ ਗਈਆਂ। ਬਾਲ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਅਤੇ ਜੰਜੂ ਦੀ ਰਾਖੀ ਲਈ ਕੁਰਬਾਨੀ ਦੇਣ ਲਈ ਪ੍ਰੇਰਿਤ ਕੀਤਾ ਅਤੇ ਉਸ ਤੋਂ ਬਾਅਦ 1699 ਈਸਵੀ ਨੂੰ ਖਾਲਸਾ ਪੰਥ ਦੀ ਸਾਧਨਾ ਕੀਤੀ। ਖਾਲਸਾ ਗੁਰੂ ਤਨ ਮਨ ਧਨ ਨੂੰ ਸੌਂਪ ਦਿੰਦਾ ਹੈ ਤੇ ਜ਼ਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਹੈ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਜੋ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਤੇ ਹੁਣ ਗੱਲ ਚੱਲਦੀ ਹੈ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦੀ ਮਲੂਕ ਜਿਹੀ ਉਮਰ 7 ਅਤੇ 5 ਸਾਲ ਸੀ। ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ। ਜਿਸ ਥਾਂ ਤੇ ਗੁਰੂ ਜੀ ਦਾ ਪਰਿਵਾਰ ਵਿਛੜਿਆ ਉਸ ਥਾਂ ਦੇ ਪਰਿਵਾਰ ਵਿਛੋੜਾ ਸਾਹਿਬ ਨਾਂ ਦਾ ਗੁਰਦੁਆਰਾ ਸੁਸ਼ੋਭਿਤ ਹੈ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸਰਸਾ ਨਦੀ ਦੇ ਕੰਢੇ ਨਾਲ ਚੱਲਦੇ ਹੋਏ ਕੰਬਾ ਮਸ਼ਕੀ ਜੀ ਦੀ ਝੌਂਪੜੀ ਵਿੱਚ ਠਹਿਰੇ ਤੇ ਉੱਥੇ ਹੀ ਆਪਣੀ ਪਹਿਲੀ ਰਾਤ ਗੁਜ਼ਾਰੀ। ਉੱਥੋਂ ਹੀ ਉਹਨਾਂ ਨੂੰ ਗੰਗੂ ਰਸੋਈਆ ਆਪਣੇ ਨਾਲ ਪਿੰਡ ਸਹੇੜੀ ਲੈ ਗਿਆ ਤੇ ਮੋਰਿੰਡੇ ਦੇ ਕੋਤਵਾਲੀ ਥਾਣੇ ਵਿੱਚ ਉਹਨਾਂ ਦੀ ਸੂਹ ਦੇ ਦਿੱਤੀ। 9 ਪੋਹ ਨੂੰ ਉਹਨਾਂ ਨੂੰ ਠੰਡੀ ਕੋਠੜੀ ਵਿੱਚ ਰੱਖਿਆ ਗਿਆ ਤੇ 10 ਪੋਹ ਨੂੰ ਸਰਹੰਦ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਪਹੁੰਚ ਕੇ ਛੋਟੇ ਸਾਹਿਬਜ਼ਾਦਿਆਂ ਨੇ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਵਜ਼ੀਰ ਖਾਨ ਨੇ ਉਹਨਾਂ ਨੂੰ ਧਰਮ ਬਦਲਣ ਲਈ ਆਖਿਆ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੂੰ ਕਈ ਤਸੀਹੇ ਵੀ ਦਿੱਤੇ ਗਏ, ਕਈ ਲਾਲਚ ਵੀ ਦਿੱਤੇ ਗਏ, ਪਰ ਉਹ ਫਿਰ ਵੀ ਨਾ ਮੰਨੇ ਤੇ ਉਹਨਾਂ ਆਪਣੇ ਫੈਸਲੇ ਤੇ ਅਡੋਲ ਰਹੇ ਤੇ ਉਹਨਾਂ ਵਜ਼ੀਰ ਖਾਨ ਗੁੱਸਾ ਹੋ ਗਿਆ ਤੇ ਉਹਨਾਂ ਨੂੰ ਨੀਹਾਂ ਵਿੱਚ ਚਿਣਾਉਣ ਦਾ ਹੁਕਮ ਦੇ ਦਿੱਤਾ। ਉਸ ਰਾਤ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਰਬੀਰਾਂ ਦੀਆਂ ਕਥਾਵਾਂ ਸੁਣਾਈਆਂ ਤਾਂ ਜੋ ਛੋਟੇ ਸਾਹਿਬਜ਼ਾਦੇ ਆਪਣੇ ਫੈਸਲੇ ਤੇ ਅਡੋਲ ਰਹਿਣ।
ਅਗਲੀ ਸਵੇਰ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕੀਤਾ। ਪਰ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਨੇ ਉਹਨਾਂ ਨੂੰ ਜਾਣ ਵੇਲੇ ਆਖਿਆ, ਦਾਦੀ ਜੀ, ਮਾਤਾ ਜੀ ਦੇ ਅਕਾਲ ਚਲਾਣੇ ਪਿੱਛੋਂ ਤੁਸੀਂ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ, ਹੁਣ ਵੀ ਸਾਡੇ ਪਿੱਛੇ ਪਿੱਛੇ ਆ ਜਾਣਾ। ਇਹ ਕਹਿ ਕੇ ਉਹ ਦਰਬਾਰ ਵਿੱਚ ਚਲੇ ਗਏ। ਦਰਬਾਰ ਵਿੱਚ ਪਹੁੰਚ ਕੇ ਉਹਨਾਂ ਨੇ ਗੱਜ ਕੇ ਫਤਿਹ ਬੁਲਾਈ। ਵਜ਼ੀਰ ਖਾਨ ਨੇ ਉਹਨਾਂ ਨੂੰ ਫਿਰ ਧਰਮ ਬਦਲਣ ਲਈ ਆਖਿਆ, ਕਈ ਤਸੀਹੇ ਦਿੱਤੇ, ਪਰ ਉਹਨਾਂ ਆਪਣੇ ਫੈਸਲੇ ਤੇ ਅਡੋਲ ਰਹੇ ਤੇ ਇਨਕਾਰ ਕਰ ਦਿੱਤਾ। ਇਹ ਸੁਣ ਕੇ ਵਜ਼ੀਰ ਖਾਨ ਹੋਰ ਗੁੱਸਾ ਹੋ ਗਿਆ ਤੇ ਕਾਜ਼ੀ ਨੇ ਉਹਨਾਂ ਨੂੰ ਨੀਹਾਂ ਵਿੱਚ ਲਾਉਣ ਦਾ ਫਤਵਾ ਦੇ ਦਿੱਤਾ। ਇਹ ਆਪਣੇ ਲਾਲਾ ਦੀ ਸ਼ਹੀਦੀ ਸੁਣ ਕੇ ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਹੀ ਜੋਤੀ ਜੋਤ ਸਮਾ ਗਏ। ਇਸ ਸਾਕੇ ਨੇ ਹਰ ਇਨਸਾਨ ਦੀ ਰੂਹ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਦਾਦੀ ਤੱਕਿਆ ਬੁਝਦੀ ਚੀਤ ਵਿੱਚੋਂ ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ। ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਮਾਰੀ, ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਮਾਰੀ। ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ, ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ। ਜੂਝੇ ਕਿਸ ਤਰ੍ਹਾਂ ਧਰਮ ਤੋਂ ਸਾਹਿਬਜ਼ਾਦੇ, ਜੂਝੇ ਕਿਸ ਤਰ੍ਹਾਂ ਧਰਮ ਤੋਂ ਸਾਹਿਬਜ਼ਾਦੇ। ਦੋ ਮੈਦਾਨ ਅੰਦਰ, ਦੋ ਦੀਵਾਰ ਅੰਦਰ, ਦੋ ਮੈਦਾਨ ਅੰਦਰ, ਦੋ ਦੀਵਾਰ ਅੰਦਰ। ਧੰਨਵਾਦ। ਬਹੁਤ ਬਹੁਤ ਧੰਨਵਾਦ ਬੱਚੀ ਤਨੀਸ਼ਾ ਸ਼ਰਮਾ ਦਾ। ਅੱਜ ਵੀ ਜਦੋਂ ਇਸ ਇਤਿਹਾਸ ਨੂੰ ਸੁਣਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਭ ਕੁਝ ਅੱਖਾਂ ਸਾਹਮਣੇ ਦੁਬਾਰਾ ਵਾਪਰ ਰਿਹਾ। ਉਸ ਦਾ ਕਾਰਨ ਹੈ ਕਿ ਪੰਜਾਬ ਦੇ ਜਾਇਆ ਨੇ, ਸਾਹਿਬਜ਼ਾਦਿਆਂ ਦੇ ਵਾਰਸਾਂ ਨੇ ਬਹੁਤ ਵਾਰ ਇਸ ਇਤਿਹਾਸ ਨੂੰ ਦੁਬਾਰਾ ਦੁਹਰਾਇਆ ਹੈ ਔਰ ਕਿਤੇ ਨਾ ਕਿਤੇ ਅਸੀਂ ਸਾਰਿਆਂ ਨੇ ਇਸ ਇਤਿਹਾਸ ਨੂੰ ਜਿਉਂਦਾ ਰੱਖਿਆ ਹੈ। ਇਸ ਇਤਿਹਾਸ ਦੇ ਨਾ ਤਾਂ ਨਾਇਕਾਂ ਨੂੰ ਭੁੱਲੇ ਹਾਂ ਨਾ ਖਲਨਾਇਕਾਂ ਨੂੰ। ਜਿੱਥੇ ਅਸੀਂ ਹਰ ਸਾਲ ਦੀਵਾਨ ਟੋਡਰ ਮੱਲ, ਸ਼ੇਰ ਮੁਹੰਮਦ ਖਾਨ ਜੀ, ਬਾਬਾ ਮੋਤੀ ਰਾਮ ਮਹਿਰਾ ਜੀ ਔਰ ਗੁਰੂ ਸਾਹਿਬ ਦੇ ਸਾਰੇ ਪਰਿਵਾਰ ਨੂੰ ਯਾਦ ਕਰਦੇ ਹਾਂ, ਉੱਥੇ ਹੀ ਇਸ ਇਤਿਹਾਸ ਦੇ ਖਲਨਾਇਕ ਹੋ ਨਿਬੜੇ, ਚਾਹੇ ਉਹ ਗੰਗੂ ਹੈ ਤੇ ਚਾਹੇ ਉਹ ਵਜ਼ੀਰ ਖਾਂ ਹੈ, ਉਹਨਾਂ ਨੂੰ ਵੀ ਯਾਦ ਰੱਖਦੇ ਹਾਂ। ਔਰ ਇਸ ਸਾਰੇ ਇਤਿਹਾਸ ਬਾਰੇ ਇੱਕ ਵਾਰ ਫਿਰ ਤੋਂ ਬੜੀ ਸੰਖੇਪ ਜੀ ਝਾਤੀ ਦੁਬਾਰਾ ਮਾਰਦੇ ਹਾਂ। ਸਰਦਾਰ ਪਰਮਪਾਲ ਸਿੰਘ ਜੀ ਜਿਹੜੇ ਕਿ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਕੋਆਰਡੀਨੇਟਰ ਨੇ ਔਰ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਉਹ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਾ ਕੇ ਮਨਾਉਂਦੇ ਨੇ। ਹਰ ਸਾਲ 200 ਤੋਂ ਵੱਧ ਸਕੂਲਾਂ ਦੇ ਵਿੱਚ ਸੈਮੀਨਾਰਾਂ ਦੀ ਲੜੀ ਚਲਾਉਂਦੇ ਨੇ ਔਰ ਇਸ ਵਾਰ ਜਿਹੜਾ ਉਹ ਇੱਕ ਸਾਂਝਾ ਵੈਬੀਨਾਰ ਸਾਨੂੰ ਕਰਨ ਦਾ ਮੌਕਾ ਮਿਲ ਰਿਹਾ, ਜਿਹਦੇ ਵਿੱਚ 3300 ਦੇ ਕਰੀਬ ਸਕੂਲ ਸਾਂਝੇ ਰੂਪ ਦੇ ਵਿੱਚ ਜਿਹੜੇ ਬੱਚੇ ਨੇ ਉਹ ਇਸ ਇਤਿਹਾਸ ਨੂੰ ਇਕੱਠਿਆਂ ਸੁਣਨਗੇ। ਮੈਂ ਬੇਨਤੀ ਕਰਾਂਗਾ ਸਰਦਾਰ ਪਰਮਪਾਲ ਸਿੰਘ ਜੀ ਨੂੰ ਕਿ ਉਹ ਇਸ ਇਤਿਹਾਸ ਤੋਂ ਸੰਖੇਪ ਦੇ ਵਿੱਚ ਦੁਬਾਰਾ ਜਾਣੂ ਕਰਾਉਣ। ਵਿਸ਼ਵ ਦੀ ਇਕਲੌਤੀ ਆਸ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਅਪਾਰ ਬਖਸ਼ਿਸ਼ਾਂ ਦੇ ਨਾਲ ਬੜੇ ਹੀ ਮੈਨੂੰ ਮਾਣ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਮੇਰੇ ਵੱਡੇ ਵੀਰ ਸਰਦਾਰ ਪ੍ਰਗਟ ਸਿੰਘ ਜੀ ਹੋਰਾਂ ਨੂੰ ਸਤਿਗੁਰੂ ਜੀ ਨੇ ਇਹ ਖੁਸ਼ੀਆਂ ਝੋਲੀ ਪਾਈਆਂ ਨੇ, ਇਹ ਬਖਸ਼ਿਸ਼ ਕੀਤੀ ਕਿ ਉਹਨਾਂ ਦੇ ਹਿੱਸੇ ਸੇਵਾ ਆਈ ਕਿ ਅਸੀਂ ਆਪਣੇ ਪੁਰਖਿਆਂ ਦਾ ਜਿਹੜਾ ਇਤਿਹਾਸ ਹੈ ਉਹਨੂੰ ਆਪਣੀ ਭਵਿੱਖ ਦੀ ਪੀੜ੍ਹੀ ਤੱਕ ਪਹੁੰਚਾ ਸਕੀਏ। ਤਾਂ ਅੱਜ ਅਸੀਂ ਉਸੇ ਦੇ ਤਹਿਤ ਸਾਰੇ ਪੰਜਾਬ ਦੇ ਸਾਹਿਬਜ਼ਾਦਿਆਂ ਦੇ ਵਾਰਿਸ ਇੱਕ ਥਾਂ ਇਸ ਆਧੁਨਿਕ ਮੀਡੀਆ ਦੇ ਯੁੱਗ ਵਿੱਚ ਜੁੜ ਕੇ ਸਾਂਝ ਪਾ ਰਹੇ ਹਾਂ। ਆਓ ਆਪਣੀ ਤੇ ਮੇਰੀ ਹਾਜ਼ਰੀ ਨੂੰ ਗੁਰੂ ਚਰਨਾਂ ਵਿੱਚ ਲਵਾਈਏ। ਗੱਜ ਕੇ ਫਤਿਹ ਬੁਲਾਓ, ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪੰਜਾਬ ਦੀ ਜਿਹੜੀ ਸਰਜ਼ਮੀਂ ਹੈ, ਇਹ ਜਿਹੜੀ ਧਰਤ ਹੈ ਪੰਜਾਬ ਦੀ, ਇਹਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦਾ ਖੂਨ ਰਲਿਆ ਹੋਇਆ ਇਸ ਮਿੱਟੀ ਦੇ ਵਿੱਚ। ਤਾਂ ਹੀ ਇਹ ਮਿੱਟੀ ਯੋਧੇ ਪੈਦਾ ਕਰਦੀ ਹੈ, ਤਾਂ ਹੀ ਇਹ ਮਿੱਟੀ ਸ਼ਹੀਦ ਪੈਦਾ ਕਰਦੀ ਹੈ, ਤਾਂ ਹੀ ਇਹ ਮਿੱਟੀ ਦੇ ਵਿੱਚੋਂ ਪੂਰੀ ਦੁਨੀਆ ਦੇ ਉੱਤੇ ਬਹੁਤ ਵੱਡੇ ਅਹੁਦਿਆਂ ਤੇ ਰਾਜ ਕਰਨ ਵਾਲੇ ਲੋਕ ਇਸ ਮਿੱਟੀ 'ਚੋਂ ਪੈਦਾ ਹੁੰਦੇ। ਇਹ ਮਿੱਟੀ ਬਹੁਤ ਵੱਡੀ ਹੈ ਤੇ ਅੱਜ ਇਸ ਮਿੱਟੀ ਦਾ ਫਰਜ਼ ਬਣਦਾ ਸੀ ਕਿ ਅਸੀਂ ਇਸ ਮਿੱਟੀ ਦੇ ਜਾਇਆਂ ਨੂੰ, ਤੁਹਾਨੂੰ ਸਾਰੇ ਛੋਟੇ ਛੋਟੇ ਜਿਹੜੇ ਪੰਜਾਬ ਦੇ ਇਹ ਵਾਰਿਸ ਬੱਚੇ ਨੇ, ਉਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਸਾਰੇ ਪੰਜਾਬ ਦੇ ਬੱਚਿਆਂ ਤੱਕ ਇਹ ਸੁਨੇਹਾ ਦਈਏ ਕਿ ਤੁਹਾਡੇ ਬਾਬਿਆਂ ਨੇ ਕਿਸ ਕੌਨਫੀਡੈਂਸ ਦੇ ਨਾਲ ਉਹ ਮੌਤ ਦੇ ਡਰ ਨੂੰ ਛੱਡ ਕੇ ਜ਼ਾਲਮ ਦੇ ਨਾਲ ਟੱਕਰ ਲਈ। ਉਸ ਇਤਿਹਾਸ ਨੂੰ ਅਸੀਂ ਜੁੜਨਾ ਜਦੋਂ, ਉਹਦਾ ਇੱਕ ਮਕਸਦ ਹੈ। ਇਤਿਹਾਸ ਤੁਸੀਂ ਬਹੁਤ ਵਾਰੀ ਸੁਣਿਆ ਹੋਏਗਾ ਗੁਰੂ ਘਰਾਂ ਦੇ ਵਿੱਚ, ਕਹਾਣੀ ਤੁਸੀਂ ਪੜ੍ਹੀ ਵੀ ਹੋਏਗੀ ਤੇ ਸੁਣੀ ਵੀ ਹੋਏਗੀ, ਪਰ ਉਸ ਇਤਿਹਾਸ ਦਾ ਜਿਹੜਾ ਮਕਸਦ ਹੈ, ਉਸ ਇਤਿਹਾਸ ਦਾ ਜਿਹੜਾ ਅਹਿਸਾਸ ਹੈ, ਉਸ ਅਹਿਸਾਸ ਨਾਲ ਜੁੜ ਕੇ
ਪੂਰੀ ਦੁਨੀਆ ਦੇ ਵਿੱਚ ਇੱਕ ਐਸਾ ਮਨੁੱਖ ਬਣਾਉਣ ਦਾ ਸੁਪਨਾ ਲਿਆ ਜਿਹੜਾ ਕਿਸੇ ਵੀ ਕਿਸਮ ਦੀ ਵੰਡੀ ਨਹੀਂ ਕਰਦਾ, ਜਿਹਦੇ ਜਿੰਦ ਦਾ ਕੋਈ ਵਕਾਰ ਨਹੀਂ ਹੈ, ਉਹ ਨਿਰਭਉ ਹੈ। ਉਹ ਜਿਹੜਾ ਸੁਪਨਾ ਗੁਰੂ ਨਾਨਕ ਸਾਹਿਬ ਨੇ ਲਿਆ ਸੀ ਕਿ ਨਰੋਏ ਸਮਾਜ ਦੀ ਸਿਰਜਣਾ ਦੇ ਲਈ, ਨਰੋਏ ਸਮਾਜ ਦੀ ਸਿਰਜਣਾ ਦੇ ਲਈ ਨਰੋਈ ਸੁਰਤ ਵਾਲਾ ਮਨੁੱਖ ਪੈਦਾ ਕਰਨਾ, ਤੇ ਖਾਲਸੇ ਦੇ ਰੂਪ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਉਹ ਮਨੁੱਖ ਇਸ ਸੰਸਾਰ ਨੂੰ ਸਮਰਪਿਤ ਕੀਤਾ। ਹੁਣ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਮਨੁੱਖ ਸੰਸਾਰ ਨੂੰ ਸਮਰਪਿਤ ਕੀਤਾ ਤੇ ਉਹਦੀ ਇੱਕ ਜ਼ਿੰਮੇਵਾਰੀ ਲਈ ਕਿ ਜੋ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ, ਗੁਰੂ ਨਾਨਕ ਸਾਹਿਬ ਨੇ ਕਿੰਨੀ ਦੂਰ ਤੱਕ ਉਦਾਸੀਆਂ ਕਰਕੇ ਇਨਸਾਨ ਦੀ ਜ਼ਿੰਦਗੀ ਦੇ ਵਿੱਚੋਂ, ਲੋਕਾਂ ਦੀ ਸੁਰਤ ਦੇ ਵਿੱਚੋਂ ਜਿਹੜੀ ਮੈਲ ਹੈ ਉਹ ਕੱਢ ਕੇ, ਕਰਮਕਾਂਡ ਕੱਢ ਕੇ, ਵੰਡੀਆਂ ਨਫ਼ਰਤਾਂ ਕੱਢ ਕੇ ਪਿਆਰ ਭਰਿਆ, ਮੁਹੱਬਤਾਂ ਭਰੀਆਂ, ਇਨਸਾਨੀਅਤ ਭਰੀ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਖਾਲਸਾ ਤਿਆਰ ਕੀਤਾ ਉਹਦੇ ਵਿੱਚ ਉਹ ਸਾਰੇ ਗੁਣ ਸੀ। ਪਰ ਮਸਲਾ ਇਹ ਹੈ ਕਿ ਕਹਿੰਦੇ ਜਿਹੜੀ ਬੇਰੀ ਦੇ ਬੇਰ ਬੜੇ ਮਿੱਠੜੇ ਹੁੰਦੇ ਨੇ ਉਹਦੇ ਤੇ ਜ਼ਰੂਰ ਵੱਟੇ ਵੱਜਦੇ। ਹੁਣ ਜਿਹੜੇ ਲੋਕਾਂ ਨੇ ਝੂਠ ਦੀਆਂ ਹਕੂਮਤਾਂ ਕਰਨੀਆਂ ਸੀ, ਜਿਨ੍ਹਾਂ ਲੋਕਾਂ ਨੇ ਜ਼ਾਲਮ ਬਿਰਤੀਆਂ ਸੀ, ਜਿਨ੍ਹਾਂ ਦੀਆਂ, ਜਿਹੜੇ ਇਨਸਾਨੀਅਤ ਦੇ ਵੈਰੀ ਸੀ, ਉਹ ਨਹੀਂ ਚਾਹਣਗੇ ਕਿ ਇਹ ਸਿਧਾਂਤ ਪ੍ਰਫੁੱਲਿਤ ਹੋਣ। ਗੁਰੂ ਜੀ ਦਾ ਜਿਹੜਾ ਸਿਧਾਂਤ ਹੈ ਉਹ ਅੱਗੇ ਵਧੇ, ਕਿਉਂਕਿ ਗੁਰੂ ਜੀ ਦਾ ਕਿਸੇ ਨਾਲ ਵੈਰ ਨਹੀਂ ਹੈ। ਗੁਰੂ ਜੀ ਨੇ ਕੋਈ ਕ੍ਰਿਮੀਨਲ ਅਫੈਂਸ ਨਹੀਂ ਕੀਤਾ, ਗੁਰੂ ਜੀ ਨੇ ਕਿਸੇ ਦਾ ਮਾੜਾ ਨਹੀਂ ਸੋਚਿਆ। ਉਹ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੜੇ ਪਿਆਰ ਦੇ ਨਾਲ, ਆਪਣੀ ਖਰੀਦੀ ਹੋਈ ਧਰਤੀ ਤੇ ਇੱਕ ਨਗਰ ਵਸਾ ਕੇ ਰਹਿ ਰਹੇ। ਪਰ ਜਿਹੜੀਆਂ ਹਕੂਮਤਾਂ ਨੇ, ਉਹ ਹਕੂਮਤਾਂ ਨੇ ਜਿਹੜਾ ਜ਼ਾਲਮਾਨਾ ਤਰੀਕਾ ਹੈ ਉਹ ਅਪਣਾਉਣਾ ਹੈ, ਲੋਕਾਂ ਦੇ ਵਿੱਚ ਨਫ਼ਰਤਾਂ ਭਰਨੀਆਂ ਤਾਂ ਕਿ ਉਹਨਾਂ ਦੀਆਂ ਸਲਤਨਤਾਂ ਕਾਇਮ ਰਹਿ ਸਕਣ। ਤੇ ਜਦੋਂ ਉਹ ਸ਼ੁਰੂਆਤ ਹੋਈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੀ ਡਟ ਕੇ ਮੁਖਾਲਫਤ ਕੀਤੀ। ਤੇ ਜਦੋਂ ਡਟ ਕੇ ਮੁਖਾਲਫਤ ਹੋਈ ਤੇ ਫਿਰ ਸੁਭਾਵਿਕ ਸੀਗਾ ਕਿ ਉਹ ਜੰਗ ਹੋਏਗੀ। ਪਹਾੜੀ ਰਾਜੇ ਤੇ ਮੁਗਲੀਆ ਸਲਤਨਤ ਇਕੱਠਿਆਂ ਹੋ ਕੇ ਅਨੰਦਪੁਰ ਸਾਹਿਬ ਨੂੰ 8 ਮਹੀਨਿਆਂ ਲਈ ਘੇਰ ਲਈ। ਮੈਂ ਤੁਹਾਨੂੰ ਅੱਜ ਇੱਕ ਸਭ ਤੋਂ ਵੱਡੀ ਗੱਲ ਕਹਿਣੀ ਚਾਹੁੰਦਾ, ਇਸ ਦੇਸ਼ ਦੇ ਵਿੱਚ ਧਰਮ ਨਿਰਪੱਖਤਾ ਦੀ ਬਹੁਤ ਵੱਡੀ ਮਿਸਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ 8 ਮਹੀਨਿਆਂ ਬਾਅਦ ਜਦੋਂ ਆਟੇ ਦੀ ਗਊ ਰੱਖ ਕੇ, ਪੰਮਾ ਪ੍ਰੋਹਿਤ ਆਟੇ ਦੀ ਗਊ ਰੱਖ ਕੇ ਤੇ ਪਵਿੱਤਰ ਕੁਰਾਨ ਦਾ ਇੱਕ ਪੰਨਾ ਰੱਖ ਕੇ ਇਹ ਗੱਲ ਕਹੀ ਗਈ ਕਿ ਕਿਲਾ ਛੱਡ ਦਿਓ, ਅਸੀਂ ਤੁਹਾਡੇ ਤੇ ਹਮਲਾ ਨਹੀਂ। ਯਾਦ ਰੱਖਣਾ, ਬਹੁਤੀ ਵਾਰੀ ਹੁਕਮਰਾਨ ਧਰਮ ਨੂੰ ਆਪਣੀ ਮਰਜ਼ੀ ਲਈ ਵਰਤਦਾ। ਇਹ ਪੰਜਾਬ ਦੀ ਹਿਸਟਰੀ ਹੈ, ਅੱਜ ਵੀ ਇਦਾਂ ਹੁੰਦਾ। ਹੁਕਮਰਾਨ ਹਮੇਸ਼ਾ ਧਾਰਮਿਕ ਲੋਕਾਂ ਨੂੰ, ਧਾਰਮਿਕ ਅਹੁਦਿਆਂ ਤੇ ਬੈਠੇ ਹੋਏ ਲੋਕਾਂ ਨੇ ਜਾਂ ਧਰਮੀਆਂ ਦੀ ਪੋਸ਼ਾਕ ਨੂੰ ਉਹ ਆਪਣੇ ਲਈ ਵਰਤਦਾ। ਉੱਥੇ ਵੀ ਆਟੇ ਦੀ ਗਊ ਤੇ ਪਵਿੱਤਰ ਕੁਰਾਨ ਨੂੰ ਵਰਤਿਆ ਗਿਆ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ, ਭਾਵੇਂ ਉਹ ਗਾਂ ਨੂੰ ਨਹੀਂ ਮੰਨਦੇ, ਭਾਵੇਂ ਉਹ ਪਵਿੱਤਰ ਕੁਰਾਨ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਪਰ ਉਹਦਾ ਸਤਿਕਾਰ ਕਰਦਿਆਂ ਹੋਇਆਂ ਉਹਨਾਂ ਨੇ ਅੱਧੀ ਰਾਤ ਨੂੰ, 6 ਪੋਹ ਦੀ ਅੱਧੀ ਰਾਤ ਨੂੰ ਕਿਲਾ ਛੱਡਿਆ। ਵੈਰ ਨਹੀਂ ਹੈ ਕਿਸੇ ਦਾ, ਝਗੜਾ ਨਹੀਂ ਹੈ ਕਿਸੇ ਦਾ। ਉਹ ਤਾਂ ਕਹਿੰਦੇ, ਉਹਨਾਂ ਦੀ ਬਾਣੀ 'ਚ ਅਸੀਂ ਰੋਜ਼ ਪੜ੍ਹਦੇ ਹਾਂ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਉਹ ਤਾਂ ਪ੍ਰੇਮ ਦੀ ਬਾਤ ਹੈ। ਪਰ ਜੇ ਜ਼ਾਲਮ ਚੜ ਕੇ ਆਵੇ ਤਾਂ ਫਿਰ ਤਾਂ ਬਾਣੀ ਵਿੱਚ ਸੀਗਾ ਕਿ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀਆ। ਤੇ ਜਦੋਂ ਵੈਰੀ ਚੜ ਕੇ ਆ ਹੀ ਗਿਆ ਤੇ ਫਿਰ ਮੈਦਾਨੇ ਜੰਗ ਵਿੱਚ ਟੱਕਰੇ। ਇਤਿਹਾਸ ਤੁਸੀਂ ਜਾਣਦੇ ਹੋ, ਸਾਰੀ ਚੰਗੀ ਤਰ੍ਹਾਂ ਜਾਣਦੇ ਹੋ। ਮੈਂ ਸਿਰਫ ਤੁਹਾਨੂੰ ਨੁਕਤੇ ਦੀ ਬਾਤ ਕਹਿਣੀ ਹੈ। ਅੱਜ ਅਸੀਂ ਇਹ ਸਾਰਾ ਉਪਰਾਲਾ ਕਰਕੇ ਮਾਨਯੋਗ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਜੀ, ਮੇਰੇ ਵੱਡੇ ਵੀਰ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਜੀ, ਵੀਰ ਪ੍ਰਗਟ ਸਿੰਘ ਜੀ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਸਾਡੇ ਵੀਰ ਸੁਖਦੇਵ ਸਿੰਘ ਜੀ, ਸਾਰਾ ਜਿਹੜਾ ਪੰਜਾਬ ਸਰਕਾਰ ਦਾ ਇਹ ਏਡਾ ਵੱਡਾ ਉਪਰਾਲਾ ਕਿਉਂ ਹੈ? ਉਹਦਾ ਇੱਕ ਕਾਰਨ ਹੈ ਜੀ। ਬੱਚਿਆਂ ਨੂੰ ਇਹ ਗੱਲ ਸਮਝਣੀ ਪੈਣੀ ਕਿ ਉਸ ਇਤਿਹਾਸ ਵਿੱਚੋਂ ਸਾਨੂੰ ਕੀ ਮਿਲਣਾ, ਸਾਡੀ ਜ਼ਿੰਦਗੀ ਉਸ ਇਤਿਹਾਸ ਨਾਲ ਕਿਵੇਂ ਜੁੜੀ ਹੋਈ ਹੈ, ਸਾਡਾ ਭਵਿੱਖ ਉਸ ਇਤਿਹਾਸ ਦੀ ਰੌਸ਼ਨੀ 'ਚ ਕਿਵੇਂ ਰੌਸ਼ਨ ਹੋਏਗਾ। ਕਿਉਂਕਿ ਮੈਂ ਤੁਹਾਨੂੰ ਅੱਜ ਸੌਖੀ ਜੀ ਭਾਸ਼ਾ 'ਚ, ਕਿਉਂਕਿ ਤੁਸੀਂ ਬੱਚੇ ਹੋ, ਮੈਂ ਕੋਸ਼ਿਸ਼ ਕਰਾਂਗਾ ਸੌਖੀ ਜੀ ਭਾਸ਼ਾ 'ਚ ਸਮਝ ਲੱਗ ਜਾਏਗਾ। ਤੁਸੀਂ ਕੋਈ ਵੀ ਜ਼ਿੰਦਗੀ 'ਚ ਸਕਸੈਸ ਹਾਸਲ ਕਰਨੀ ਹੈ, ਉਹਦੇ ਲਈ ਐਗਜ਼ਾਮ ਦੇਣਾ ਪੈਣਾ। ਚਾਹੇ ਕਿਸੇ ਨੇ ਆਇਲਸ ਕਰਕੇ ਬਾਹਰ ਹੀ ਜਾਣਾ, ਚਾਹੇ ਕਿਸੇ ਨੇ ਨੌਕਰੀ ਕਰਨੀ ਹੈ, ਕੁਝ ਵੀ ਕਰਨਾ, ਉਹਦੇ ਲਈ ਤੁਹਾਨੂੰ ਐਗਜ਼ਾਮ ਦੇਣਾ ਪੈਣਾ, ਇੰਟਰਵਿਊ ਕਲੀਅਰ ਕਰਨਾ। ਤੇ ਮੈਂ ਤੁਹਾਡੀ ਜ਼ਿੰਦਗੀ ਨੂੰ ਅੱਜ ਇਸ ਇਤਿਹਾਸ ਦੇ ਪੰਨੇ ਨਾਲ ਜੋੜਨ ਲੱਗਿਆ। ਤੁਸੀਂ ਸਮਝਣ ਦਾ ਯਤਨ ਕਰਿਓ।
ਤੁਹਾਨੂੰ ਇੰਟਰਵਿਊ ਲਈ, ਕਿਸੇ ਵੀ ਸੰਸਾਰ ਦੀ ਸਕਸੈਸ ਲਈ ਇੱਕ ਸਭ ਤੋਂ ਵੱਡਾ ਮੰਤਰ ਉਹ ਤੁਹਾਡੇ ਪੱਲੇ ਹੋਣਾ ਚਾਹੀਦਾ, ਉਹ ਹੈ ਕੌਨਫੀਡੈਂਸ। ਤੇ ਕੌਨਫੀਡੈਂਸ ਦੀ ਬਾਤ ਤੁਹਾਨੂੰ ਅਜੋਕੇ ਯੁੱਗ ਦੇ ਗਾਣਿਆਂ ਚੋਂ ਨਹੀਂ ਲੱਭਣੀ। ਉਹ ਫੁਕਰੀਆਂ ਮਿਲ ਜਾਣਗੀਆਂ, ਦਲੇਰੀਆਂ ਨਹੀਂ ਮਿਲਣਗੀਆਂ। ਆਓ ਤੁਹਾਨੂੰ ਅੱਜ ਉਹ ਦਲੇਰੀ ਦਾ ਪੰਨਾ ਸੁਣਾ, ਤੁਹਾਨੂੰ ਸੁਣਾਵਾਂ ਕਿ ਤੁਹਾਡੇ ਪੁਰਖਿਆਂ ਦਾ ਕੌਨਫੀਡੈਂਸ ਕੀ ਸੀ। 6-7 ਸਾਲਾਂ ਦੀਆਂ ਉਮਰਾਂ ਕੋਈ ਉਮਰਾਂ ਹੁੰਦੀਆਂ ਨੇ। 7 ਸਾਲ ਦਾ ਬਾਬਾ ਫਤਿਹ ਸਿੰਘ, ਇਤਿਹਾਸ ਵਿੱਚ ਵਖਰੇਵੇਂ ਨੇ, ਕੋਈ ਫਰਕ ਨਹੀਂ ਪੈਂਦਾ ਇਸ ਗੱਲ। 7 ਸਾਲ ਦਾ ਬਾਬਾ ਫਤਿਹ ਸਿੰਘ 750 ਸਾਲ ਪੁਰਾਣੀ ਮੁਗਲਿਆ ਹਕੂਮਤ ਦੇ ਸਭ ਤੋਂ ਖੂੰਖਾਰ ਅਹਿਲਕਾਰ ਦੀ ਅੱਖ ਵਿੱਚ ਅੱਖ ਪਾ ਕੇ ਕੌਨਫੀਡੈਂਸ ਲੈਵਲ ਦੇਖਣਾ। ਕਿੱਡੀ ਵੱਡੀ ਸਲਤਨਤ, ਸਰਹਿੰਦ ਉਹਦਾ ਨਾਂ ਹੈ, ਹਿੰਦ ਦਾ ਸਿਰ, ਉਹਦੀ ਵੱਡੀ ਸਾਰੀ ਕੋਟ ਹੈ, ਬੜੇ ਵੱਡੇ ਜ਼ਾਲਮ ਅਹਿਲਕਾਰ ਬੈਠੇ ਨੇ। ਉਹ ਨੰਨੀਆਂ ਜਿੰਦਾਂ ਜਦੋਂ ਦਰਵਾਜ਼ਾ ਲੰਘਦੀਆਂ ਨੇ ਤੇ ਫਤਿਹ ਬੁਲਾਉਂਦੀਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਉਹ ਫਤਿਹ ਬੁਲਾਉਂਦੀਆਂ ਨੇ ਤੇ ਉਹ ਫਤਿਹ ਦਰਜ ਕਰਦੀਆਂ ਨੇ, ਉਹ ਜਿੱਤ ਦਾ ਝੰਡਾ ਉੱਥੇ ਗੱਡ ਦਿੰਦੀਆਂ ਨੇ। ਇਹ ਯਾਦ ਰੱਖਣਾ, ਵਜ਼ੀਰ ਖਾਨ ਉਹਨਾਂ ਨੂੰ ਮੌਤ ਦੇ ਕੇ ਵੀ ਹਾਰ ਗਿਆ, ਉਹ ਆਪਣੀ ਜਾਨ ਦੇ ਕੇ ਵੀ ਜਿੱਤ ਗਏ, ਕਿਉਂਕਿ ਉਹਨਾਂ ਨੇ ਫਤਿਹ ਤੋਂ ਸ਼ੁਰੂਆਤ ਕੀਤੀ ਸੀ, ਫਤਿਹ ਤੇ ਆਖਰੀ ਸਾਹ ਲਿਆ ਸੀ। ਤੇ ਹਰ ਬੰਦਾ ਚਾਹੁੰਦਾ ਮੇਰੀ ਸੰਸਾਰ ਵਿੱਚ ਫਤਿਹ ਹੋਵੇ। ਤੁਸੀਂ ਸਾਰੇ, ਅਸੀਂ ਸਾਰੇ ਚਾਹੁੰਦੇ ਹਾਂ ਅਸੀਂ ਜ਼ਿੰਦਗੀ 'ਚ ਸਕਸੈਸਫੁਲ ਹੋਈਏ, ਸਾਡਾ ਕੌਨਫੀਡੈਂਸ ਲੈਵਲ ਬਹੁਤ ਹਾਈ ਹੋਵੇ, ਭਾਵੇਂ ਅਸੀਂ ਕੁਝ ਵੀ ਕਰੀਏ। ਤਾਂ ਤੱਕਿਓ ਭਲਾ ਕੌਨਫੀਡੈਂਸ ਲੈਵਲ। ਵਜ਼ੀਰ ਖਾਨ ਕਹਿੰਦਾ ਇਸਲਾਮ ਕਬੂਲ ਕਰ। ਛੋਟੀ ਉਮਰ ਦੇ ਬਾਬਾ ਫਤਿਹ ਸਿੰਘ ਕਹਿੰਦੇ ਅੱਛਾ ਜੇ ਅਸੀਂ ਇਸਲਾਮ ਕਬੂਲ ਨਹੀਂ ਕਰਾਂਗੇ, ਅਸੀਂ ਆਪਣਾ ਧਰਮ ਨਹੀਂ ਛੱਡਾਂਗੇ, ਕੀ ਕਰੇਗਾ? ਕਹਿੰਦਾ ਮੈਂ ਤੁਹਾਨੂੰ ਕਤਲ ਕਰ ਦਿਆਂਗਾ, ਮਾਰ ਦਿਆਂਗਾ ਤੁਹਾਨੂੰ। ਤੇ ਬਾਬਾ ਫਤਿਹ ਸਿੰਘ ਨੇ ਅੱਗੋਂ ਕਿਹਾ ਕਿ ਮੈਨੂੰ ਇਹ ਦੱਸ, ਜੇ ਅਸੀਂ ਇਸਲਾਮ ਕਬੂਲ ਕਰ ਲਾਂਗੇ ਸਾਨੂੰ ਮੌਤ ਨਹੀਂ ਆਏਗੀ? ਕਿ ਮੁਸਲਮਾਨ ਮਰਦੇ ਨਹੀਂ ਹੈ? ਮੇਰੇ ਵੱਡੇ ਵੀਰ ਮੌਲਾਨਾ ਮੁਹੰਮਦ ਉਸਮਾਨ ਜੀ ਬੈਠੇ ਨੇ, ਕਿ ਤੁਹਾਨੂੰ ਮੇਰੇ ਤੋਂ ਬਾਅਦ ਕਲੀਅਰ ਵੀ ਕਰਨਗੇ ਇਸ ਗੱਲ ਕਿ ਇਸਲਾਮ ਕੀ ਕਹਿੰਦਾ ਸੀ, ਇਸਲਾਮ ਦੇ ਨਾਂ ਤੇ ਕੀ ਹੋਇਆ, ਤੇ ਸਾਡੇ ਮਨਾਂ ਅੰਦਰ ਧਰਮਾਂ ਪ੍ਰਤੀ ਨਫ਼ਰਤ ਕਿਵੇਂ ਪੈਦਾ ਹੋਈ। ਅਸੀਂ ਇੱਕ ਧਰਮ ਵਾਲੇ ਦੂਜੇ ਧਰਮ ਨਾਲ ਨਫ਼ਰਤਾਂ ਕਿਵੇਂ ਵੰਡਣ ਲੱਗ ਪਏ। ਧਰਮ ਤਾਂ ਪਿਆਰ ਵੰਡਣ ਦੀ ਬਾਤ ਸੀ। ਤਾਂ ਕੌਨਫੀਡੈਂਸ ਦੇਖੋ, ਜਦੋਂ ਬਾਬਾ ਫਤਿਹ ਸਿੰਘ ਇੰਨੀ ਛੋਟੀ ਉਮਰ 'ਚ ਵਜ਼ੀਰ ਖਾਨ ਨੂੰ, ਏਡੇ ਖੁੰਖਾਲ ਅਹਿਲਕਾਰ ਨੂੰ ਜਦੋਂ ਸਿਰ ਤੇ ਮੌਤ ਦੀ ਤਲਵਾਰ ਲਟਕ ਰਹੀ ਹੈ, ਔਰ ਕੌਨਫੀਡੈਂਸ ਦਾ ਜਵਾਬ ਦਿੰਦੇ ਨੇ ਕਿ ਇਸਲਾਮ ਦੇ ਵਿੱਚ ਜਿਹੜੇ ਇਸਲਾਮ ਧਾਰਨ ਕਰ ਲੈਂਦੇ ਉਹਨਾਂ ਨੂੰ ਮੌਤ ਨਹੀਂ ਆਉਂਦੀ। ਜੇ ਅਸੀਂ ਮਰਨਾ ਹੀ ਹੈ ਇੱਕ ਦਿਨ, ਐਂਡ ਆਫ ਦਾ ਡੇ ਅਸੀਂ ਇਸ ਜਹਾਨ ਤੋਂ ਕੂਚ ਹੀ ਕਰਨਾ ਹੈ, ਤੇ ਫਿਰ ਅਸੀਂ ਆਪਣੇ ਪੁਰਖਿਆਂ ਦੀ ਪੱਗ ਨੂੰ ਦਾਗ ਕਿਉਂ ਲੈ? ਅਸੀਂ ਗੁਰੂ ਨਾਨਕ ਦੇ ਮਿਸ਼ਨ ਤੋਂ ਪਾਸੇ ਕਿਉਂ ਹੋ? ਫਿਰ ਅਸੀਂ ਆਪਣੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਤੁਸੀਂ ਤੇ ਅਸੀਂ ਉਹਨੂੰ ਇੱਕ ਲੈਸਨ ਕਿਉਂ ਨਾ ਦੇ ਦਈਏ ਕਿ ਇਸ ਸੰਸਾਰ ਦੇ ਵਿੱਚ ਹਰ ਕਿਸੇ ਇਨਸਾਨ ਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਹੈ। ਕੋਈ ਕੁਰਸੀ ਦੇ ਨਸ਼ੇ ਵਿੱਚ ਮੌਤ ਦਾ ਡਰ ਦੇ ਕੇ ਕਿਸੇ ਤੋਂ ਕਿਸੇ ਦਾ ਧਰਮ ਨਹੀਂ ਖੋ ਸਕਦਾ। ਅੱਜ UNO ਦਾ ਚਾਰਟਰ ਹੈ, ਇਹਦੇ ਉੱਤੇ 81 ਨੰਬਰ, ਕਦੀ ਗੂਗਲ ਕਰਕੇ ਦੇਖਣਾ। ਇਹ ਕ੍ਰਿਮੀਨਲ ਆਫੈਂਸ ਹੈ ਕਿ ਕਿਸੇ ਦਾ ਧੱਕੇ ਨਾਲ ਕਿਸੇ ਤੋਂ ਧਰਮ ਖੋਣਾ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਇਸ ਗੱਲ ਬਦਲੇ ਅਨੰਦਪੁਰ ਸਾਹਿਬ ਤੋਂ ਤੁਰ ਕੇ ਜਾ ਕੇ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ। ਕੋਈ ਕ੍ਰਿਮੀਨਲ ਆਫੈਂਸ ਨਹੀਂ ਕੀਤਾ। ਭਾਈ ਮਤੀ ਦਾਸ ਨੂੰ ਕਿੱਡੀ ਵੱਡੀ ਸਜ਼ਾ ਦਿੱਤੀ ਗਈ, ਭਾਈ ਦਿਆਲਾ ਜੀ ਨੂੰ ਕਿੱਡੀ ਵੱਡੀ ਸਜ਼ਾ ਦਿੱਤੀ ਗਈ, ਕੋਈ ਕ੍ਰਿਮੀਨਲ ਆਫੈਂਸ ਨਹੀਂ ਕੀਤਾ। ਧਰਮ ਦੀ ਖਾਤਰ, ਸਿਧਾਂਤਾਂ ਦੀ ਖਾਤਰ, ਸਾਡੀ ਖਾਤਰ, ਕਿ ਮਨੁੱਖਤਾ ਜਿੰਦਾ ਰਹਿ ਸਕੇ, ਨਫ਼ਰਤਾਂ ਵਾਲੇ ਲੋਕ ਖਤਮ ਹੋ ਜਾਣ, ਨਫ਼ਰਤੀ ਹਕੂਮਤਾਂ ਖਤਮ ਹੋ ਜਾਣ, ਜ਼ੁਲਮ ਦੀ ਜੜ ਪੁੱਟੀ ਜਾਵੇ। ਉਹ ਕੌਨਫੀਡੈਂਸ ਦੇ ਨਾਲ ਲੜ। ਕੀ ਹੋਇਆ? ਉਹ ਡੋਲੇ ਨਹੀਂ, ਉਹ ਡਰੇ ਨਹੀਂ। ਅੱਜ ਅਸੀਂ ਸਿੱਖਣਾ ਹੈ ਉਸ ਕਹਾਣੀ ਤੋਂ, ਉਸ ਦਾਸਤਾਨ ਤੋਂ, ਸਾਡੇ ਬਾਬਿਆਂ ਤੋਂ, ਕਿ ਅਸੀਂ ਨਿਰਭਉ ਤੇ ਨਿਰਵੈਰ ਕਿਵੇਂ ਹੋਣਾ। ਰਾਜੇ ਸਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਨਹਿਰ ਦੀਆਂ ਦੋ ਪਟੜੀਆਂ ਹੁੰਦੀਆਂ ਨੇ, ਜੇ ਜ਼ਿੰਦਗੀ 'ਚ ਸੁਰਖਰੂ ਰਹਿਣਾ, ਸਕਸੈਸਫੁਲ ਹੋਣਾ, ਤੇ ਦੋਵਾਂ ਪਟੜੀਆਂ ਦੇ ਵਿਚਕਾਰ ਚੱਲਣਾ ਪਏਗਾ। ਇੱਕ ਪਟੜੀ ਹੈ ਨਿਰਭਉ ਦੀ, ਅਸੀਂ ਕਿਸੇ ਤੋਂ ਡਰਨਾ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਇਲਾਵਾ। ਪਰ ਇਹ ਕਿਵੇਂ ਹੋ ਸਕਦਾ? ਅਸੀਂ ਕਿਸੇ ਤੋਂ ਡਰਦੇ ਨਹੀਂ, ਅਸੀਂ ਤਾਂ ਹੰਕਾਰੀ ਹੋ ਜਾਾਂਗੇ। ਪਰ ਦੂਜੀ ਪਟੜੀ ਕੀ ਨਾਲ ਜੋੜੀ? ਨਿਰਵੈਰ। ਅਸੀਂ ਡਰਦੇ ਵੀ ਨਹੀਂ, ਕਿਸੇ ਨੂੰ ਡਰਾਉਂਦੇ ਵੀ ਨਹੀਂ, ਕਿਸੇ ਨਾਲ ਵੈਰ ਵੀ ਨਹੀਂ ਕਰਦੇ, ਨਫ਼ਰਤ ਨਹੀਂ ਕਰਦੇ। ਨਫ਼ਰਤਾਂ ਤਾਂ ਖਤਮ ਕਰਨੀਆਂ। ਧਰਮ ਦਾ ਮਤਲਬ ਹੀ ਇਹ ਹੈ। ਗੁਰੂ ਨਾਨਕ ਸਾਹਿਬ ਨੇ ਜਿਹੜਾ ਰਸਤਾ ਦਿਖਾਇਆ ਉਹ ਮੁਹੱਬਤੀ ਰਸਤਾ ਹੈ, ਉਹਦੇ ਤੇ ਨਫ਼ਰਤਾਂ ਲਈ ਕੋਈ ਜਗ੍ਹਾ ਨਹੀਂ ਹੈ।
ਤੇ ਸਾਹਿਬਜ਼ਾਦਿਆਂ ਨੇ ਉਹ ਪਟੜੀ ਸਾਨੂੰ ਲੀਹ ਪਾ ਕੇ ਦਿਖਾਈ। ਅਸੀਂ ਤਾਂ ਮਗਰੇ ਮਗਰ ਉਹਨਾਂ ਪੂਰਨਿਆਂ ਤੇ ਸਿਰਫ ਚੱਲਣਾ ਹੈ ਕਿ ਨਿਰਭਉ ਕਿਵੇਂ ਹੋਣਾ ਹੈ। ਹੁਕੂਮਤ ਜਿੱਡੀ ਮਰਜ਼ੀ ਹੋ, ਕੀ ਕਰ ਸਕਦਾ ਹੈ? ਮੌਤ ਦੇ ਸਕਦਾ ਹੈ। ਮੌਤ ਤਾਂ ਇੱਕ ਦਿਨ ਆਉਣੀ ਹੋਈ ਹੈ। ਸਾਰੀ ਦੁਨੀਆ ਮੌਤ ਦੇ ਡਰ ਤੋਂ, ਭੈ ਤੋਂ ਆਪਣੀ ਜ਼ਿੰਦਗੀ ਕੱਟਦੀ ਸੀ। ਸਾਡੇ ਗੁਰੂ ਨੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀ ਕੇ ਸਾਨੂੰ ਮਰਨ ਦੀ ਜਾਚ ਸਿਖਾ ਦਿੱਤੀ। ਸਾਨੂੰ ਮਰਨਾ ਜਿੱਥੇ ਜਿਉਣਾ ਆਉਣਾ ਚਾਹੀਦਾ। ਸਿੱਖ ਦਾ ਮਤਲਬ ਸਿੱਖਦਾ, ਸਿੱਖਣ ਵਾਲਾ ਵਿਦਿਆਰਥੀ, ਉਹ ਤਾਂ ਸਾਰੀ ਉਮਰ ਹੀ ਸਿੱਖਦਾ। ਜ਼ਿੰਦਗੀ ਵੀ ਸਿੱਖਣੀ ਹੈ, ਮੌਤ ਵੀ ਸਿੱਖਣੀ। ਸਾਹਿਬਜ਼ਾਦਿਆਂ ਦੀ ਬਾਤ ਸਾਨੂੰ ਜਿੱਥੇ ਜ਼ਿੰਦਗੀ ਸਿਖਾਉਂਦੀ ਹੈ, ਉੱਥੇ ਮੌਤ ਵੀ ਸਿਖਾਉਂਦੀ ਹੈ। ਚਮਕੌਰ ਦੀ ਕੜੀ, ਬੱਚੀ ਨੇ ਕਿਹਾ ਸੀ ਨਾ, हिंद में एक ही तीर्थ है यात्रा के लिए जहाँ बाप ने बेटे कटवाए खुदा के। पता है ਜਦੋਂ ਗੜੀ ਦਾ ਦਰਵਾਜ਼ਾ ਖੁੱਲਣਾ ਹੈ, ਵਿਦਿਨ 5 ਮਿੰਟਸ 10,000 ਕਾਨੀਆਂ ਅਗਲੇ ਸਰੀਰ ਦੇ ਆਰ ਪਾਰ ਕਰ ਦੇਣਗੇ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਪੁੱਤ ਨੂੰ ਧਰਮ ਦੀ ਖਾਤਰ, ਮਿਸ਼ਨ ਦੀ ਖਾਤਰ, ਮਨੁੱਖਤਾ ਦੇ ਉੱਤੇ ਜ਼ੁਲਮ ਦੀ ਜੜ ਪੱਟਣ ਦੀ ਖਾਤਰ, ਨਫ਼ਰਤਾਂ ਮਕਾਉਣ ਦੀ ਖਾਤਰ ਆਪ ਜੰਗ ਨੂੰ। ਸੋ ਪਿਆਰੇ ਬੱਚਿਓ, ਸਾਡੀ ਸਾਰਿਆਂ ਦੀ, ਕਿਉਂਕਿ ਸਿੰਘ ਸਾਹਿਬ ਨੇ ਤੁਹਾਨੂੰ ਸੁਨੇਹਾ ਦੇਣਾ ਮੇਰੇ ਤੋਂ ਬਾਅਦ, ਪੂਰਾ ਸਿੱਖ ਧਰਮ ਨਫ਼ਰਤਾਂ ਨਹੀਂ ਮੰਨਦਾ। ਤੁਸੀਂ ਦੇਖੋ, ਮੇਰੇ ਵੀਰ ਸੁਖਦੇਵ ਸਿੰਘ ਹੁਣੇ ਕਹਿ ਰਹੇ ਸੀ ਨਾ, ਮੋਤੀ ਰਾਮ ਮਹਿਰਾ ਅਜੇ ਸਿੱਖ ਨਹੀਂ ਬਣਿਆ। ਦੀਵਾਨ ਟੋਡਰ ਮਲ ਜੈਨ ਧਰਮ ਦੇ ਨੇ। ਹਾ ਦਾ ਨਾਰਾ ਮਾਰਨ ਵਾਲਾ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਮੁਸਲਮਾਨ। ਪਰ ਇਸ ਸ਼ਹਾਦਤ ਦੇ ਮਸਲੇ ਤੇ ਸ਼ੇਰ ਮੁਹੰਮਦ ਖਾਨ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਪਵਿੱਤਰ ਕੁਰਾਨ ਤੈਨੂੰ ਇਹ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਇਸਲਾਮ ਇਸ ਗੱਲ ਲਈ ਲਾਓ ਨਹੀਂ ਕਰਦਾ। ਤੂੰ ਧਰਮ ਦੇ ਨਾਂ ਤੇ ਇਦਾਂ ਨਾ ਕਰ। ਗੁਰੂ ਨੇ ਸਾਨੂੰ ਨਫ਼ਰਤਾਂ ਨਹੀਂ ਸਿਖਾਈਆਂ। ਤੇ ਤੁਸੀਂ ਉਸ ਇਬਾਰਤ ਨੂੰ ਜਦੋਂ ਪੜ੍ਹਨਾ ਹੈ, ਤੁਸੀਂ ਜਦੋਂ ਉਸ ਪੰਨੇ ਨਾਲ, ਲਹੂ ਭਿੱਜੇ ਪੰਨੇ ਨਾਲ ਜੁੜਨਾ ਹੈ, ਉਸ ਵੇਲੇ ਤੁਸੀਂ ਆਪਣੇ ਚਿੱਤ ਵਿੱਚ ਇਹ ਗੱਲ ਰੱਖਣੀ ਹੈ। ਐਗਜ਼ਾਮ ਕਿਹੜੀ ਗੱਲ ਹੈ? ਜਦੋਂ ਐਗਜ਼ਾਮ 'ਚ ਡਰ ਲੱਗੇ, ਬਾਬਾ ਫਤਿਹ ਸਿੰਘ ਚੇਤੇ ਕਰ ਲਿਓ। ਇੰਟਰਵਿਊ ਤੇ ਜਾਣ ਲੱਗਿਆ ਜਦੋਂ ਡਰ ਲੱਗੇ, ਬਾਬਾ ਜ਼ੋਰਾਵਰ ਸਿੰਘ ਚੇਤੇ ਕਰ ਲਿਓ। ਕੌਨਫੀਡੈਂਸ ਜ਼ਿੰਦਗੀ 'ਚ ਕਦੇ ਵੀ ਲੋ ਹੋਣ ਲੱਗੇ, ਉਸੇ ਵੇਲੇ ਆਪਣੇ ਬਾਬਿਆਂ ਨੂੰ ਚੇਤੇ ਕਰ ਲਿਓ। ਜਦੋਂ ਤੁਸੀਂ ਬਾਬਿਆਂ ਨੂੰ ਚੇਤੇ ਕਰੋਗੇ ਕਿ ਉਹ ਤਾਂ ਏਡੀ ਵੱਡੀ ਮੁਗਲਿਆ ਹਕੂਮਤ ਤੋਂ ਨਹੀਂ ਡਰੇ, ਤੇ ਤੁਹਾਡੇ ਅੰਦਰ ਡਰ ਕਿਵੇਂ ਆ ਜਾਏਗਾ? ਤੁਹਾਡਾ ਕੌਨਫੀਡੈਂਸ ਲੋ ਕਿਵੇਂ ਹੋ ਜਾਏਗਾ? ਤੁਹਾਡੇ ਅੰਦਰ ਇਨਫੀਰੀਟੀ ਕੰਪਲੈਕਸ ਕਿਵੇਂ ਆ ਜਾਏਗਾ? ਕਿਉਂਕਿ ਤੁਹਾਡੇ ਪੁਰਖਿਆਂ ਨੇ ਤੁਹਾਨੂੰ ਸਿਖਾਇਆ ਨਹੀਂ ਹੈ। ਬਸ ਫਰਕ ਸਿਰਫ ਇਤਨਾ ਹੈ ਕਿ ਅੱਜ ਇੱਕ ਵੱਖਰੀ ਜੀ ਵੈਸਟਰਨ ਯੁੱਗ ਦੀ ਦੌੜ ਦੇ ਵਿੱਚ ਉਹ ਗਾਣੇ, ਉਹ ਫੁਕਰੀਆਂ, ਉਹਨਾਂ ਪਿੱਛੇ ਨਹੀਂ ਲੱਗਣਾ। ਉਹ ਜ਼ਿੰਦਗੀ ਖਰਾਬ ਕਰ ਦੇਣਗੇ। ਕਿਉਂਕਿ ਜੇ ਬਾਬਿਆਂ ਦੀ ਦਾਸਤਾਂ ਨਾਲ ਜੁੜੇ ਰਹੇ, ਫਿਰ ਨਸ਼ੇ ਲਾਗੇ ਨਹੀਂ ਲੱਗ ਸਕਦੇ, ਫਿਰ ਤੁਹਾਨੂੰ ਬੁਰੀ ਸੰਗਤ ਨਹੀਂ ਮਿਲ ਸਕਦੀ, ਕੋਈ ਤੁਹਾਡੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦਾ। ਇਹ ਬਾਬਿਆਂ ਦੀ ਦਾਸਤਾਨ, ਇਹ ਜੀਵਤ ਕਈ ਹਜ਼ਾਰ ਦਾ ਮਤਲਬ ਪਤਾ ਕੀ ਹੈ? ਬੜਾ ਸੋਚ ਕੇ ਇਹ ਨਾਂ ਰੱਖਿਆ ਗਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਤੇ ਖਲੋ ਕੇ ਇਹ ਗੱਲ ਕਹੀ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਉਹ ਜੀਵਤ ਕਈ ਹਜ਼ਾਰ ਸਾਨੂੰ ਆਖਿਆ ਸੀ। ਅਸੀਂ ਆ ਗੁਰੂ ਗੋਬਿੰਦ ਸਿੰਘ ਦੇ ਵਾਰਿਸ। ਅਸੀਂ ਉਹ ਜ਼ਿੰਮੇਵਾਰੀਆਂ ਮੋਢਿਆਂ ਤੇ ਚੱਕਣੀਆਂ, ਦੁਨੀਆ ਚੋਂ ਨਫ਼ਰਤਾਂ ਖਤਮ ਕਰਨੀਆਂ, ਦੁਨੀਆ ਦੇ ਵਿੱਚੋਂ ਜ਼ੁਲਮ ਖਤਮ ਕਰਨਾ। ਇਹ ਜ਼ਿੰਮੇਵਾਰੀ ਸਾਡੀ ਹੈ। ਇਸ ਜ਼ਿੰਮੇਵਾਰੀ ਨੂੰ ਆਪਣੇ ਮੋਢਿਆਂ ਤੇ ਲਓ। ਅਸੀਂ ਸਾਰੇ ਤੁਹਾਡੇ ਸੁਨਹਿਰੀ ਭਵਿੱਖ ਦੀ ਅਰਦਾਸ ਕਰਦੇ ਹਾਂ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਇਹ ਮੰਗ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਸਤਿਗੁਰ ਜੀ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਗੋਲਸ ਦੇ ਵਿੱਚ ਜਲਦੀ ਤੋਂ ਜਲਦੀ ਸਕਸੈਸ ਦੇਵੇ, ਤੁਸੀਂ ਕਾਮਯਾਬ ਹੋਵੋ, ਤਾਂ ਕਿ ਤੁਸੀਂ ਆਪਣੇ ਮਾਪਿਆਂ ਦਾ, ਆਪਣੇ ਇੰਸਟੀਟਿਊਸ਼ਨਸ ਦਾ, ਇਸ ਦੇਸ਼ ਦਾ ਨਾਮ ਰੌਸ਼ਨ ਕਰ ਸਕੋ। ਮੈਂ ਇੰਨਾ ਹੀ ਕਹਿੰਦਾ ਹੋਇਆ ਕਿ ਮੈਂ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਗੱਲਬਾਤ, ਸੁਨੇਹਾ ਸਰਦਾਰ ਪਰਮਪਾਲ ਸਿੰਘ ਜੀ ਨੇ ਆਪ ਜੀ ਨੂੰ ਦਿੱਤਾ ਹੈ। ਹੁਣ ਕਿਉਂਕਿ ਜਦੋਂ ਜ਼ਿਕਰ ਚੱਲ ਰਿਹਾ ਸੀ ਇਤਿਹਾਸ ਦਾ, ਤਾਂ ਉਹਨਾਂ ਨੇ ਜਿਵੇਂ ਜ਼ਿਕਰ ਕੀਤਾ ਕਿ ਦੀਵਾਨ ਟੋਡਰਮਲ ਜੀ ਜੈਨ ਧਰਮ ਤੋਂ ਸਨ, ਬਾਬਾ ਮੋਤੀ ਰਾਮ ਮਹਿਰਾ ਜੀ, ਨਵਾਬ ਸ਼ੇਰ ਮੁਹੰਮਦ ਖਾਨ ਜੀ ਇਹ ਸਿੱਖ ਨਹੀਂ ਸਨ, ਪਰ ਇਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਵੱਡੇ ਵੱਡੇ ਸਿੱਖ ਨਾਇਕਾਂ ਤੋਂ ਵੱਡਾ ਰੋਲ ਨਿਭਾਇਆ, ਜਿਹੜਾ ਕਿ ਯਾਦਗਾਰੀ ਇਤਿਹਾਸ ਦਾ ਪੰਨਾ ਹੋ ਨਿਪੜਿਆ। ਅਕਸਰ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਔਰ ਇਸ ਸ਼ਹੀਦੀ ਦੀ ਦਾਸਤਾਨ ਸੁਣਾਈ ਜਾਂਦੀ ਹੈ, ਔਰ ਕਈ ਵਾਰ ਸਾਡੇ ਮਨ ਦੇ ਵਿੱਚ ਇਹ ਭੁਲੇਖਾ ਪੈ ਜਾਂਦਾ ਹੈ ਕਿ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਔਰ ਇਹ ਜ਼ੁਲਮ ਕੀਤਾ, ਸ਼ਾਇਦ ਇਹ ਕੋਈ ਸਿੱਖ ਜਾਂ ਮੁਸਲਮਾਨਾਂ ਦੀ ਲੜਾਈ ਸੀ। ਇਸ ਵਹਿਮ ਦੇ ਵਿੱਚੋਂ ਕਿਉਂਕਿ ਜੇ ਇਹ ਕੋਈ ਸਿੱਖ ਮੁਸਲਮਾਨਾਂ ਦੀ ਲੜਾਈ ਹੁੰਦੀ ਤਾਂ ਅੱਜ ਪੀਰ ਬੁੱਧੂ ਸ਼ਾਹ ਜੀ, ਨਵਾਬ ਸ਼ੇਰ ਮੁਹੰਮਦ ਖਾਨ ਜੀ,
ਗਨੀ ਖਾਨ, ਨਬੀ ਖਾਨ, ਬਹੁਤ ਸਾਰੇ ਮੁਸਲਿਮ ਜਿਹੜੇ ਸ਼ਖਸੀਅਤਾਂ ਨੇ ਉਹ ਇਤਿਹਾਸ ਦੇ ਵਿੱਚ ਇੰਨੀਆਂ ਸਤਿਕਾਰਯੋਗ ਨਾ ਹੁੰਦੀਆਂ। ਇੱਥੋਂ ਤੱਕ ਕਿ ਸ਼੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ ਮੁਸਲਮਾਨ ਸਨ। ਸੋ ਇਹ ਜਿਹੜਾ ਇੱਕ ਫਰਕ ਹੈ, ਅਕਸਰ ਇਤਿਹਾਸ ਸੁਣਦਿਆਂ ਜਾਂ ਸੁਣਾਉਂਦਿਆਂ ਜਿਹੜੀ ਗਲਤੀ ਰਹਿ ਜਾਂਦੀ ਹੈ, ਉਸ ਫਰਕ ਨੂੰ ਅੱਜ ਤੁਹਾਡੇ ਨਾਲ ਸਾਂਝਾ ਕਰਨਗੇ ਕਿ ਇਹ ਕਿੱਥੇ ਤੁਹਾਨੂੰ ਕਲੈਰਿਟੀ ਦੀ ਲੋੜ ਹੈ, ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿ ਇਹ ਅਸਲ ਲੜਾਈ ਕਿਸ ਦੀ ਕਿਸ ਨਾਲ ਸੀ ਔਰ ਇਹ ਸ਼ਹੀਦੀਆਂ ਕਿਉਂ ਹੋਈਆਂ। ਇਹਦੇ ਲਈ ਮੈਂ ਬੇਨਤੀ ਕਰਾਂਗਾ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ, ਜਿਹੜੇ ਕਿ ਸ਼ਾਹੀ ਇਮਾਮ ਨੇ ਔਰ ਇਸ ਇਤਿਹਾਸ ਦੇ ਪੰਨਿਆਂ ਤੋਂ ਤੁਹਾਨੂੰ ਜਾਣੂ ਕਰਾਉਣਗੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨਾ ਹੈ। ਇਹ ਜਿਹੜਾ ਸ਼ਹਾਦਤ ਦਾ ਮਹੀਨਾ ਹੈ, ਸਿਰਫ ਪੰਜਾਬ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਨਾਨਕ ਨਾਮ ਲੇਵਾ ਜਿਹੜੇ ਲੋਕ ਨੇ, ਉਹ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਇਸ ਸ਼ਹਾਦਤ ਨੂੰ ਹਮੇਸ਼ਾ ਹੀ ਯਾਦ ਰੱਖਦੇ ਨੇ, ਤਾਂ ਕਿ ਇਹ ਸਿਰਫ ਇੱਕ ਸ਼ਹਾਦਤ ਦਾ ਵਾਕਿਆ ਨਹੀਂ ਹੈ, ਇਹ ਸਾਡਾ ਉਹ ਵਿਰਸਾ ਹੈ, ਇਹ ਸਾਡੀ ਉਹ ਰੋਸ਼ਨੀ ਹੈ ਜਿਹਨੂੰ ਦੇਖ ਕੇ ਅਸੀਂ ਆਪਣੀ ਮੰਜ਼ਿਲ ਦੇ ਵੱਲ ਵੱਧ ਰਹੇ ਹਾਂ। ਮੈਂ ਅੱਜ ਬੜਾ ਰਿਣੀ ਹਾਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸਰਦਾਰ ਪ੍ਰਗਟ ਸਿੰਘ ਹੋਰਾਂ ਦਾ, ਔਰ ਸਾਡੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਅਲਾਇੰਸ ਆਫ ਸਿੱਖ ਤੋਂ ਸਰਦਾਰ ਪਰਮਪਾਲ ਸਿੰਘ ਜੀ ਔਰ ਸਰਦਾਰ ਸੁਖਦੇਵ ਸਿੰਘ ਜੀ ਫਗਵਾੜਾ ਹੋਰਾਂ ਨੇ ਇੱਕ ਮਸ਼ਵਰਾ ਕਰਕੇ ਪਹਿਲੀ ਵਾਰ ਅਸੀਂ ਪੰਜਾਬ ਦੇ ਸਾਰੇ ਉਹਨਾਂ ਬੱਚਿਆਂ ਦੇ ਨਾਲ ਸਿੱਖਿਆ ਵਿਭਾਗ ਦੇ ਵੱਲੋਂ ਰੂਬਰੂ ਹੋ ਰਹੇ ਹਾਂ। ਤੇ ਇਸ ਲਈ ਸਭ ਤੋਂ ਪਹਿਲਾਂ ਮੈਂ ਸਾਰੇ ਸੁਣ ਰਹੇ ਬੱਚਿਆਂ ਨੂੰ, ਅਧਿਆਪਕਾਂ ਨੂੰ, ਸਿੱਖਿਆ ਮੰਤਰੀ ਜੀ ਨੂੰ, ਤੁਹਾਨੂੰ ਸਭ ਨੂੰ ਆਪਣੇ ਵੱਲੋਂ ਸਲਾਮ ਪੇਸ਼ ਕਰਦਾ। ਔਰ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕਿ ਸ਼ਹਾਦਤ ਦੇ ਮਕਸਦ ਨੂੰ ਹਮੇਸ਼ਾ ਸਮਝੀਦਾ ਹੈ, ਔਰ ਇਤਿਹਾਸ ਦੇ ਉੱਤੇ ਚਰਚਾ ਲੋਕਾਂ ਨਾਲ ਹੁੰਦੀ ਹੈ, ਅਕਸਰ ਗੁਰਦੁਆਰਾ ਹੁੰਦਾ ਹੈ। ਅਸੀਂ ਗੱਲ ਦੇ ਉੱਤੇ ਬੜਾ ਮਾਣ ਮਹਿਸੂਸ ਕੀਤਾ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਜੰਗ ਦੀ ਇਬਤਦਾ ਕੀਤੀ, ਉਹਨਾਂ ਨੇ ਜਿਹੜੀ ਸ਼ਮਸ਼ੀਰ ਚੱਕੀ, ਉਹ ਇਸਲਾਮ ਦੇ ਖਿਲਾਫ ਨਹੀਂ, ਬਲਕਿ ਅਗਰ ਅਸੀਂ ਇਤਿਹਾਸ ਪੜਾਂਗੇ ਉਸ ਵੇਲੇ ਦੀ ਜ਼ਾਲਮ ਸਰਕਾਰਾਂ ਦੇ ਖਿਲਾਫ ਸੀ। ਤਾਂ ਹੀ ਇਸਲਾਮ ਦੇ ਮੰਨਣ ਵਾਲੇ ਨਬੀ ਖਾਨ ਤੇ ਗਨੀ ਖਾਨ ਨੇ ਹਜ਼ਰਤ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉੱਚ ਦਾ ਪੀਰ ਬਣਾ ਕੇ ਮੋਢੇ ਚੱਕਿਆ। ਤਾਂ ਹੀ ਪੀਰ ਬੁੱਧੂ ਸ਼ਾਹ ਨੇ ਆਪਣੇ ਬੱਚਿਆਂ ਦੀ ਸ਼ਹਾਦਤ ਜਿਹੜੀ ਹੈ ਉਹਨਾਂ ਦੀ ਪੈਰਵੀ ਦੇ ਵਿੱਚ ਦਿੱਤੀ ਹੈ। ਤੇ ਇਹਨਾਂ ਦਾ ਪੈਗਾਮ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਸਮਝਾਈ ਕਿ ਜਦ ਵੀ ਕੋਈ ਸ਼ਖਸੀਅਤ ਹੱਕ ਔਰ ਇਨਸਾਫ ਦੇ ਲਈ ਅੱਗੇ ਵਧੇਗੀ, ਅੱਜ ਵੀ ਇਹ ਜਿਹੜੀ ਸਾਂਝ ਹੈ ਗੁਰੂਆਂ ਦੇ ਨਾਲ ਪਾਈ ਹੋਈ, ਭਾਈ ਮਰਦਾਨੇ ਤੋਂ ਲੈ ਕੇ ਨਬੀ ਖਾਂ ਗਨੀ ਖਾਂ ਤੱਕ ਔਰ ਫਿਰ ਪੀਰ ਬੁੱਧੂ ਸ਼ਾਹ ਰਹਿਮਤੁल्लाह ਅਲੈਹ ਦੇ ਬੱਚਿਆਂ ਦੀ ਸ਼ਹਾਦਤ ਤੱਕ, ਇਹ ਜਿਹੜੀ ਸਾਂਝ ਹੈ, ਇਸ ਸਾਂਝ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਅੱਜ ਤੁਹਾਡੇ ਦਰਮਿਆਨ ਮੌਜੂਦ ਹਾਂ। ਫਿਰ ਮੈਂ ਆਪਣੇ ਬੱਚਿਆਂ ਨੂੰ ਕਹਿਣਾ ਚਾਹੁੰਦਾ, ਪੰਜਾਬ ਦੇ ਬੱਚਿਆਂ ਨੂੰ ਖਾਸ ਕਰ, ਕਿ ਅਸੀਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਔਰ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਅਗਰ ਉਮਰ ਦੇਖਦੇ हैं ਔਰ ਉਮਰ ਤੋਂ ਬਾਅਦ ਅਗਰ ਉਹਨਾਂ ਦਾ ਜਜ਼ਬਾ ਦੇਖਦੇ हैं तो ਤੁਸੀਂ ਕੀ ਸਮਝਦੇ ਹੋ ਸਾਨੂੰ ਕੀ ਸੁਨੇਹਾ ਮਿਲਦਾ ਹੈ? ਇਸ ਸ਼ਹਾਦਤ ਦਾ ਪਹਿਲਾ ਸੁਨੇਹਾ ਪੰਜਾਬ ਦੇ ਅਣਖੀ ਬੱਚਿਆਂ ਨੂੰ ਇਹ ਹੈ ਕਿ ਅਸੀਂ ਆਪਣੇ ਗੁਰੂ ਦੀ ਪੈਰਵੀ ਕਰਨੀ ਹੈ, ਆਪਣੇ ਮਾਂ-ਬਾਪ ਦੀ ਪੈਰਵੀ ਕਰਨੀ ਹੈ, ਆਪਣੇ ਉਸਤਾਦ ਦੀ ਪੈਰਵੀ ਕਰਨੀ ਹੈ। ਅਣਖ ਦਾ ਮਤਲਬ ਕਿਸੇ ਦੇ ਨਾਲ ਬਿਲਾ ਵਜ੍ਹਾ ਲੜਨਾ ਨਹੀਂ ਹੁੰਦਾ। ਅਣਖ ਦਾ ਮਤਲਬ ਆਪਣੇ ਅਸੂਲਾਂ ਦੇ ਉੱਤੇ ਕਾਇਮ ਰਹਿਣਾ ਹੁੰਦਾ। ਤੇ ਸਭ ਤੋਂ ਵੱਡੀ ਸ਼ਹਾਦਤ ਜਿਹੜੀ ਫਤਿਹ ਸਿੰਘ ਜੀ ਦੀ ਸਾਹਿਬਜ਼ਾਦਿਆਂ ਦੀ ਹੈ ਸ਼ਹਾਦਤ, ਔਰ ਉਹਨਾਂ ਦੇ ਦੂਸਰੇ ਭਰਾਵਾਂ ਨੂੰ ਦੇਖ ਲਓ। ਸਾਹਿਬਜ਼ਾਦਾ ਅਜੀਤ ਸਿੰਘ ਜੀ ਐਸੀ ਹਾਲਤ ਦੇ ਵਿੱਚ ਜੰਗ ਲਈ ਲੜਨ ਲਈ ਨਿਕਲੇ, ਜਦ ਸਾਥੀਆਂ ਨੇ ਕਈਆਂ ਨੇ ਕਿਹਾ ਕਿ ਸਾਹਮਣੇ ਫੌਜ ਬਹੁਤ ਵੱਡੀ ਹੈ, ਲੇਕਿਨ ਉਹਨਾਂ ਨੇ ਫੌਜ ਦੀ ਪਰਵਾਹ ਨਹੀਂ ਕੀਤੀ। ਆਪਣੇ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਕਸਦ ਨੂੰ ਆਪਣੇ ਸਾਹਮਣੇ ਰੱਖਿਆ, ਆਪਣੇ ਟੀਚੇ ਨੂੰ ਆਪਣੇ ਸਾਹਮਣੇ ਰੱਖਿਆ। ਅੱਜ ਅਗਰ ਅਸੀਂ ਇਸ ਸ਼ਹਾਦਤ ਨੂੰ ਸੱਚਾ ਸਲਾਮ ਦੇਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਸਾਹਿਬਜ਼ਾਦਿਆਂ ਵਾਂਗੂ ਸੱਚ ਬੋਲਣ ਦੀ ਜ਼ਰੂਰਤ ਰੱਖਦੇ ਹਾਂ, ਕਿ ਅਸੀਂ ਉਸ ਟੀਚੇ ਦੇ ਉੱਤੇ ਕਾਇਮ ਰਹਿ ਸਕਦੇ ਹਾਂ ਜਿਹੜਾ ਟੀਚਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਔਰ ਫਤਿਹ ਸਿੰਘ ਨੇ ਨੀਹਾਂ 'ਚ ਖੜੇ ਹੋ ਕੇ ਦਿੱਤਾ। ਜਦ ਨੀਹਾਂ 'ਚ ਚਿਣਨ ਵਾਲੇ ਲੋਕ ਘਬਰਾ ਗਏ, ਜਦ ਨਵਾਬ ਮਲੇਰਕੋਟਲਾ ਨੇ ਹਾਂ ਦਾ ਨਾਰਾ ਮਾਰਿਆ, ਜਦ ਸੂਬਾ ਸਰਹੰਦ ਦੀ ਬੀਵੀ ਜਿਹੜੀ ਹੈ ਉਹ ਤੜਪ ਗਈ ਇੱਕ ਵਾਰੀ, ਉਸ ਤੋਂ ਬਾਵਜੂਦ ਸਾਹਿਬਜ਼ਾਦੇ ਆਪਣੀ ਮਾਤਾ ਨੂੰ, ਆਪਣੀ ਦਾਦੀ ਨੂੰ ਕਹਿੰਦੇ ਨੇ ਕਿ ਤੁਸੀਂ ਸਾਡਾ ਕਦੀ ਸਾਥ ਨਹੀਂ ਛੱਡਿਆ, ਅਸੀਂ ਚੱਲੇ ਹਾਂ, ਤੁਸੀਂ ਵੀ ਪਿੱਛੇ ਪਿੱਛੇ ਆ ਜਾਓ। ਅੱਜ ਦਾ 6 ਸਾਲ ਦਾ ਬੱਚਾ, ਸਾਡਾ 10 ਸਾਲ ਦਾ ਬੱਚਾ
ਉਹ ਤਾਂ ਮਾਂ-ਬਾਪ ਦਾ ਕਹਿਣਾ ਮੰਨਣ ਲਈ ਤਿਆਰ ਨਹੀਂ ਹੈ, ਮਾਂ-ਬਾਪ ਦੀ ਗੱਲ ਸੁਣਨ ਲਈ ਤਿਆਰ ਨਹੀਂ, ਉਸਤਾਦ ਦੀ ਗੱਲ ਸੁਣਨ ਲਈ ਤਿਆਰ ਨਹੀਂ। ਇਹ ਸ਼ਹਾਦਤ ਉਹਨਾਂ ਬੱਚਿਆਂ ਦੇ ਲਈ ਵੀ ਇੱਕ ਸੀਖ ਹੈ, ਸਾਨੂੰ ਦੱਸਦੀ ਹੈ ਇਹ ਸ਼ਹਾਦਤ ਕਿ ਅੱਜ ਪੂਰੀ ਦੁਨੀਆ 'ਚ ਅਸੀਂ ਜਿਹੜਾ ਨਾਮ ਕਮਾਇਆ। ਮੈਂ ਇੱਕ ਗੱਲ ਬਾਰ-ਬਾਰ ਲੋਕਾਂ ਨੂੰ ਕਹਿਣਾ ਹੁੰਦਾ, ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪੰਜਾਬ ਜਿਹੜਾ ਹੈ ਨਾ, ਇਹ ਗੁਰੂ ਪੰਜਾਬ ਦੇ ਨਾਂ ਤੋਂ ਨਹੀਂ ਜਾਣੇ ਜਾਂਦੇ, ਗੁਰੂਆਂ ਦੇ ਨਾਂ ਤੋਂ ਪੰਜਾਬ ਜਾਣਿਆ ਜਾਂਦਾ ਹੈ। ਇਸ ਗੱਲ ਨੂੰ ਆਪਣੀ ਦਿਲ ਦੀ ਤਖਤੀ ਦੇ ਉੱਤੇ ਲਿਖੋ ਔਰ ਉਸ ਠੰਡੇ ਬੁਰਜ ਨੂੰ ਕਦੀ ਜਾ ਕੇ ਦੇਖੋ, ਔਰ ਜਿੱਥੇ ਸ਼ਹਾਦਤ ਹੋਈ ਉਸ ਜਗ੍ਹਾ ਤੇ ਅਗਰ ਜਾਓਗੇ। ਜੋਗੀ ਅੱਲਾ ਜਾਰ ਖਾਂ ਇੱਕ ਮੁਸਲਮਾਨ ਸੀ, ਔਰ ਜਦ ਕਲਮ ਚੱਕਿਆ ਵਕਤ ਦੇ ਹੁਕਮਰਾਨਾਂ ਨੇ ਔਰ ਬਥੇਰਿਆਂ ਨੇ ਕਿਹਾ ਵੀ ਤੂੰ ਮੁਸਲਮਾਨ ਹੋ ਕੇ ਵਕਤ ਦੇ ਮੁਸਲਮਾਨ ਹਾਕਮ ਦੇ ਖਿਲਾਫ ਲਿਖੇਗਾ, ਲੇਕਿਨ ਮੁਸਲਮਾਨ ਵੀ ਉਹ ਹੁੰਦਾ ਜਿਹੜਾ ਸੱਚ ਔਰ ਇਨਸਾਫ ਦੇ ਲਈ ਜ਼ਾਲਮ ਦੇ ਖਿਲਾਫ ਲਿਖੇ, ਜਿਹੜਾ ਵਕਤ ਦੇ ਹੁਕਮਰਾਨਾਂ ਦੇ ਅੱਗੇ ਝੁਕ ਜਾਏ। ਮੈਂ ਉਹ ਸਮਝਦਾ ਉਹ ਚੰਗਾ ਮੁਸਲਮਾਨ ਵੀ ਨਹੀਂ ਹੋ ਸਕਦਾ। ਅੱਜ ਮੈਂ ਬਾਰ-ਬਾਰ ਅਸੀਂ ਜਦ ਉਸ ਸ਼ਹਾਦਤ ਨੂੰ ਯਾਦ ਕਰਦੇ ਹਾਂ, ਅਕਸਰ ਮੈਂ ਕਈ ਵਾਰ ਇਕੱਲਾ ਬੈਠ ਕੇ, ਖਾਸ ਕਰ ਜਦੋਂ ਸਾਹਿਬ ਸ਼੍ਰੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਿਕਰ ਆਉਂਦਾ ਹੈ ਤੇ ਜਿਸਮ 'ਚ ਅਜੀਬ ਜੀ ਹਰਾਰਤ ਪੈਦਾ ਹੋ ਜਾਂਦੀ ਹੈ ਕਿ ਸਿਰਫ ਪੰਜਾਬ ਦੀ ਧਰਤੀ ਤੇ ਉਹ ਕੱਲੀ ਇੱਕ ਸ਼ਖਸੀਅਤ ਹੈ ਜਿਨ੍ਹਾਂ ਦੇ ਪਿਤਾ ਨੇ ਵੀ ਸ਼ਹਾਦਤ ਦਿੱਤੀ, ਜਿਨ੍ਹਾਂ ਦੇ ਸਾਰੇ ਖਾਨਦਾਨ ਨੇ ਵੀ ਸ਼ਹਾਦਤ ਦਿੱਤੀ, ਤੇ ਅੱਜ ਅਸੀਂ ਉਸ ਸ਼ਹਾਦਤ ਨੂੰ ਸਿਰਫ ਗਾਣਿਆਂ ਤੱਕ ਮਹਿਦੂਦ ਕਰ ਲਿਆ। ਅਸੀਂ ਉਸ ਸ਼ਹਾਦਤ ਨੂੰ ਇੱਕ ਰਸਮ ਸਮਝਣ ਲੱਗ ਪਏ हैं। रस्म वो नहीं है। किसी ने क्या है कि फना फिल्ला की मजहर में बका का राज मुजमिर है। वो कहता ਜਿਹੜਾ ਮਿਟ ਜਾਣ ਵਾਲੀ ਗੱਲ ਹੈ ਨਾ, ਇਹਦੇ ਅੰਦਰ ਜਦੋਂ ਜਾਓਗੇ ਤੇ ਉਹਦੇ 'ਚ ਹੀ ਬਕਾ ਯਾਨੀ ਤਰੱਕੀ ਲਿਖੀ ਹੋਈ ਹੈ। फना फिल्ला की मजहर में बका का राज मुजमिर है। जिन्हें मरना नहीं आता उन्हें जीना नहीं आता। ਜਿਹੜੇ ਮਰਨ ਦਾ ਜਜ਼ਬਾ ਨਹੀਂ ਰੱਖਦੇ, ਜਿਹੜੇ ਕੌਮ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਨਹੀਂ ਰੱਖਦੇ, ਉਹ ਲੋਕ ਜੀ ਨਹੀਂ ਸਕਦੇ। ਮੈਂ ਬਾਰ-ਬਾਰ ਜਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖਦਾ, ਮੇਰਾ ਦਿਲ ਬਾਰ-ਬਾਰ ਇਹ ਕਹਿੰਦਾ ਅਸੀਂ ਆਪਣੀ ਆਉਣ ਵਾਲੀ ਨਸਲਾਂ ਨੂੰ ਸਮਝਾਉਂਦੇ ਆ ਕਿ ਦੇਖੋ ਇਹਨਾਂ ਬੱਚਿਆਂ ਨੇ ਸ਼ਹਾਦਤ ਇਸ ਤਰ੍ਹਾਂ ਦਿੱਤੀ ਕਿ ਆਪਣੇ ਗੁਰੂ ਪਿਤਾ ਦੀ ਪੈਰਵੀ ਦੇ ਉੱਤੇ ਕਾਇਮ ਸੀ। ਇਹ ਕਿਉਂ ਭੁੱਲ ਜਾਂਦੇ ਹੋ ਕਿ ਉਹਨਾਂ ਛੋਟੇ-ਛੋਟੇ ਬੱਚਿਆਂ ਨੂੰ ਕਿਹਨੇ ਸਮਝਾਇਆ ਕਿ ਤੁਸੀਂ ਆਪਣੇ ਖੁਦਾ ਦੇ ਲਈ, ਆਪਣੇ ਰੱਬ ਦੇ ਲਈ, ਵਾਹਿਗੁਰੂ ਦੇ ਲਈ ਕੁਰਬਾਨੀ ਦੇਣੀ ਹੈ। ਉਹਨਾਂ ਬੱਚਿਆਂ ਦੀ ਇਹ ਤਰਬੀਅਤ ਕਿਹਨੇ ਕੀਤੀ ਕਿ ਜਦ ਜ਼ਾਲਿਮ ਦੀ ਕਚਹਿਰੀ 'ਚ ਜਾਓਗੇ ਉੱਥੇ ਸੱਚ ਬੋਲਣ ਤੋਂ ਇਨਕਾਰ ਨਹੀਂ ਕਰਨਾ। ਉਹਨਾਂ ਨੂੰ ਇਹ ਤਰਬੀਅਤ ਕਿਹਨੇ ਦਿੱਤੀ, ਇਹ ਸਿੱਖਿਆ ਉਹਨਾਂ ਨੂੰ ਕਿੱਥੋਂ ਮਿਲੀ ਹੈ ਕਿ ਜਦ ਤੁਹਾਡੇ ਲਈ ਮੌਤ ਦਾ ਸਜ਼ਾ ਦਾ ਵੀ ਐਲਾਨ ਹੋ ਜਾਏ ਤੇ ਫਿਰ ਆਪਣੀ ਪੱਗ, ਆਪਣਾ ਸਿਰ ਨੀਵਾ ਨਹੀਂ ਕਰਨਾ, ਉੱਚਾ ਰੱਖਣਾ ਹੈ। ਇਹ ਸਿੱਖਿਆ ਉਹਨਾਂ ਨੂੰ ਗੁਰੂ ਨੇ ਦਿੱਤੀ, ਉਹਨਾਂ ਦੇ ਪਿਤਾ ਨੇ ਦਿੱਤੀ, ਉਹਨਾਂ ਦੀ ਮਾਤਾ ਨੇ ਦਿੱਤੀ। ਤੇ ਮੈਂ ਅੱਜ ਦੇ ਮੌਕੇ ਤੇ ਪੂਰੇ ਪੰਜਾਬ ਦੇ ਔਰ ਪੂਰੀ ਦੁਨੀਆ ਦੇ ਵਾਸਤੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਵੀ ਉਹਨਾਂ ਚੰਗੇ ਮਾਂ-ਬਾਪ 'ਚ ਕਿਆ ਬਣਨਾ ਚਾਹੁੰਦੇ ਹਾਂ ਕਿ ਅਸੀਂ ਵੀ ਆਪਣੀ ਔਲਾਦ ਨੂੰ ਕਦੀ ਸਿੱਖਿਆ ਦਿੱਤੀ ਹੈ ਕਿ ਜਿਹੜਾ ਰਾਹ 'ਚ ਗਰੀਬ ਆਦਮੀ ਜਾ ਰਿਹਾ ਉਹਦਾ ਸਤਿਕਾਰ ਕਰ ਲਈਏ, ਕਿ ਜਿਹੜਾ ਸਾਡਾ ਉਸਤਾਦ, ਸਾਡਾ ਟੀਚਰ, ਭਾਵੇਂ ਉਹ ਸਾਡੇ ਤੋਂ ਨੀਵੇਂ ਘਰ ਦਾ ਹੈ, ਹਮੇਸ਼ਾ ਅਸੀਂ ਉਹਦੇ ਅੱਗੇ ਹੱਥ ਬੰਨ੍ਹ ਕੇ ਖੜੇ ਹੋਈਏ। ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿੰਦੇ ਕਿ ਆਪਣੇ ਦਾਦਾ ਦਾਦੀ ਦੇ ਸਾਹਮਣੇ ਨਹੀਂ ਬੋਲਣਾ, ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇ ਰਹੇ ਹਾਂ ਕਿ ਮਾਂ-ਬਾਪ ਦਾ ਕਹਿਣਾ ਮੰਨਣਾ। ਇਹਨਾਂ ਨੇ ਜੋ ਖਾਣ ਲਈ ਦੇ ਦਿੱਤਾ ਉਹੀ ਖਾ ਕੇ ਰੱਬ ਦਾ ਸ਼ੁਕਰ ਅਦਾ ਕਰਨਾ ਹੈ। ਇਹ ਇਸ ਸ਼ਹਾਦਤ ਦੀਆਂ ਉਹ ਰਿਵਾਇਤਾਂ ਹੈ ਜਿਨ੍ਹਾਂ ਰਿਵਾਇਤਾਂ ਨੂੰ ਅਸੀਂ ਭੁੱਲ ਗਏ, ਔਰ ਅਗਰ ਅਸੀਂ ਰਿਵਾਇਤਾਂ ਨੂੰ ਭੁੱਲਾਂਗੇ ਤੇ ਫਿਰ ਉਹ ਅੱਛੇ ਬੰਦੇ ਨਹੀਂ ਬਣਾਂਗੇ। ਇਹਨਾਂ ਰਿਵਾਇਤਾਂ ਨੂੰ ਯਾਦ ਕਰਨਾ ਹੈ। ਅਸੀਂ ਦੁਸ਼ਮਣ ਦੇ ਅੱਗੇ ਉਦੋਂ ਡਟ ਕੇ ਖੜਦੇ ਹਾਂ ਜਦੋਂ ਅਸੀਂ ਹਲਾਲ ਖਾਂਦੇ ਹਾਂ। ਅਸੀਂ ਦੁਸ਼ਮਣ ਦੇ ਅੱਗੇ ਉਦੋਂ ਡਟ ਕੇ ਖੜਦੇ ਹਾਂ ਜਦੋਂ ਅਸੀਂ ਆਪਣੇ ਮਾਂ-ਬਾਪ ਦੇ ਵਫਾਦਾਰ ਬਣਦੇ ਹਾਂ। ਅਸੀਂ ਦੁਸ਼ਮਣ ਦੇ ਅੱਗੇ ਉਦੋਂ ਡਟ ਕੇ ਖੜਦੇ ਜਿਸੋਂ ਅਸੀਂ ਆਪਣੇ ਗੁਰੂ ਦੇ ਵਫਾਦਾਰ ਹੁੰਦੇ ਹਾਂ। ਔਰ ਜਿਹੜਾ ਬੰਦਾ ਥਾਂ-ਥਾਂ ਗੁਰੂ ਬਦਲ ਲਵੇ ਔਰ ਥਾਂ-ਥਾਂ ਆਪਣੇ ਸਜਦੇ ਦੀ ਜਗ੍ਹਾ ਬਦਲ ਲਏ, ਉਹ ਕਿੱਥੇ ਦਾ ਵਫਾਦਾਰ ਹੋ ਸਕਦਾ ਹੈ। ਇਹ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਕਚਹਿਰੀ ਦੇ ਵਿੱਚ ਕਿਹਾ ਨਾ ਸੂਬਾ ਸਰਹੰਦ ਨੂੰ, ਵਜ਼ੀਰ ਖਾਨ ਨੂੰ ਕਿਹਾ ਨਾ ਕਿ ਅਸੀਂ ਤੇਰਾ ਕਹਿਣਾ ਮੰਨਣ ਵਾਲੇ ਨਹੀਂ, ਜਦਕਿ ਕਾਜ਼ੀ ਵੀ ਕਹਿ ਰਿਹਾ ਕਿ ਇਸਲਾਮ ਇਸ ਗੱਲ ਤੋਂ ਮਨਾ ਕਰਦਾ ਹੈ। ਔਰ ਲੇਕਿਨ ਵਕਤ ਦਾ ਹੁਕਮਰਾਨ ਚਾਹੁੰਦਾ ਹੈ ਕਿ ਧਰਮ ਮੇਰੇ ਮੁਤਾਬਕ ਫੈਸਲਾ ਕਰੇ। ਭਾਵੇਂ ਉਸ ਵੇਲੇ ਦੇ ਕਾਜ਼ੀ ਨੇ ਉਸ ਵੇਲੇ ਦੇ ਬਾਦਸ਼ਾਹ ਦੇ ਮੁਤਾਬਕ ਫੈਸਲਾ ਕੀਤਾ, ਲੇਕਿਨ ਕੁਰਾਨ ਦੇ ਮੁਤਾਬਕ, ਇਸਲਾਮ ਦੇ ਮੁਤਾਬਕ ਉਹ ਕਾਜ਼ੀ ਵੀ ਜ਼ਾਲਮਾਂ 'ਚ ਲਿਖਿਆ ਗਿਆ, ਉਹ ਬਾਦਸ਼ਾਹ ਵੀ ਜ਼ਾਲਮਾਂ ਦੇ ਵਿੱਚ ਲਿਖਿਆ ਗਿਆ। ਤੇ ਆਓ ਇਸ ਸ਼ਹਾਦਤ ਨੂੰ ਇੱਕ ਵਾਰੀ ਅਸੀਂ ਸਲਾਮ ਕਰੀਏ। ਔਰ ਉਹ ਸਲਾਮ ਇਦਾਂ ਨਹੀਂ, ਉਹ ਸਲਾਮ ਇਦਾਂ ਕਰਨਾ ਹੈ ਕਿ ਅੱਜ ਅਸੀਂ ਇਸ ਗੱਲ ਦੇ ਉੱਤੇ ਪੱਕਾ ਪ੍ਰਣ ਕਰ ਲਈਏ ਕਿ ਮੈਂ ਵੀ ਬਾਬਾ ਜੀ ਵਾਂਗੂ ਝੂਠ ਨਹੀਂ ਬੋਲਣਾ, ਮੈਂ ਬਾਬਾ ਜੀ ਵਾਂਗੂ ਕਿਸੇ ਦਾ ਦਿਲ ਨਹੀਂ ਦੁਖਾਣਾ, ਮੈਂ ਅਗਰ ਸਮਾਂ ਆਇਆ ਤੇ ਬਾਬਾ ਜੀ ਵਾਂਗੂ ਸੱਚ ਬੋਲਣਾ ਹੈ, ਮੈਂ ਗਰੀਬ ਦੀ ਮਦਦ ਕਰਨੀ ਹੈ, ਮੈਂ ਆਪਣੇ ਮਾਂ-ਬਾਪ ਦਾ ਸਤਿਕਾਰ ਕਰਨਾ ਹੈ, ਮੈਂ ਆਪਣੇ ਨਾਲ ਪੜਨ ਵਾਲਿਆਂ ਦਾ ਦਿਲ ਨਹੀਂ ਦੁਖਾਣਾ,
ਮੈਂ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਹੈ। ਜਦ ਅਸੀਂ ਸ਼ਹਾਦਤ ਦੇ ਇਹਨਾਂ ਜ਼ੁਮਰਿਆਂ ਨੂੰ ਦੇਖਾਂਗੇ, ਇਹ ਤਾਂ ਬਹੁਤ ਉੱਚ ਚੋਟੀ ਦਾ ਪਰਿਵਾਰ ਹੈ ਜਿਹੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਹੈ। ਮੈਂ ਬਹੁਤ ਛੋਟਾ ਸੀ, ਮੇਰੇ ਮਰਹੂਮ ਪਿਤਾ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਰਹਿਮਤੁल्लाह ਅਲੈਹ ਹੁਣੀ 2-3 ਮਹੀਨੇ ਪਹਿਲਾਂ ਉਹਨਾਂ ਦਾ ਇੰਤਕਾਲ ਹੋ ਗਿਆ। ਸਾਨੂੰ ਬਾਰ-ਬਾਰ ਅਸੀਂ ਜਦੋਂ ਸਿੱਖ ਇਤਿਹਾਸ ਦੀ ਗੱਲ ਕਰਦੇ ਹੁੰਦੇ ਸੀ, ਸਾਨੂੰ ਕਹਿੰਦੇ ਸੀ ਕਿ ਇਸ ਇਤਿਹਾਸ ਦੇ ਵਿੱਚ ਅਗਰ ਸਭ ਤੋਂ ਕੋਈ ਵਲੀਏ ਕਾਮਲ ਹੈ, ਕੋਈ ਵਲੀਆਂ ਦਾ ਵੀ ਸਰਦਾਰ ਹੈ, ਇਸ ਧਰਤੀ ਤੇ ਕੋਈ ਪਹੁੰਚਿਆ ਹੋਇਆ ਬੰਦਾ ਹੈ, ਤੇ ਅੱਜ ਤੱਕ ਸ੍ਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਖਸੀਅਤ ਹੈ। ਆਨੰਦਪੁਰ ਸਾਹਿਬ ਦੀ ਧਰਤੀ, ਉਹ ਕੋਈ ਉੱਥੇ ਵਿਰਾਸਤ ਨਹੀਂ ਕਾਇਮ ਕੀਤੀ ਗਈ, ਬਲਕਿ ਅਜੀਤ ਨਕਾਲਾ ਰੋਜ਼ ਤਾਂ ਵੱਜਦਾ ਸੀ ਕਿ ਗਰੀਬ ਗੁਰੂ ਸਾਹਿਬ ਤੱਕ ਆ ਜਾਣ, ਆਪਣੀ ਮੁਰਾਦਾਂ ਪਾ ਲੈਣ। ਜਿਨ੍ਹਾਂ ਤੇ ਜ਼ੁਲਮ ਹੋਇਆ ਉਹ ਇੱਥੇ ਤੱਕ ਆ ਜਾਣ, ਆਪਣੀ ਮੁਰਾਦਾਂ ਪਾ ਲੈਣ। ਵਕਤ ਦੇ ਹੁਕਮਰਾਨ, ਚਾਹੇ ਉਹਨਾਂ ਦਾ ਧਰਮ, ਚਾਹੇ ਉਹ ਪਹਾੜੀ ਹਿੰਦੂ ਰਾਜੇ ਹੋਣ, ਚਾਹੇ ਉਹ ਮੁਗਲ ਮੁਸਲਮਾਨ ਰਾਜੇ ਹੋਣ, ਲੇਕਿਨ ਹਮੇਸ਼ਾ ਯਾਦ ਰੱਖੋ ਕਿਆਮਤ ਤੱਕ ਕਾਇਮ ਹੋਣੇ ਰਹਿਣਾ ਜਿਹਨੇ ਸੱਚ ਬੋਲਿਆ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੱਚ ਦੇ ਉੱਤੇ ਪਹਿਰਾ ਦਿੱਤਾ। ਅੱਜ ਪੂਰੀ ਦੁਨੀਆ 'ਚ ਉਹਨਾਂ ਦਾ ਸਤਿਕਾਰ ਹੋ ਰਿਹਾ। ਤੇ ਆਓ ਇੱਕ ਵਾਰੀ ਪ੍ਰਣ ਕਰ ਲਈਏ। ਮੈਂ ਵਧਾਈ ਦੇਣਾ ਚਾਹੁੰਦਾ ਸਿੱਖਿਆ ਵਿਭਾਗ ਨੂੰ ਕਿ ਤੁਸੀਂ ਬੜਾ ਵੱਡਾ ਉਪਰਾਲਾ, ਔਰ ਮੈਂ ਸਮਝਦਾ ਹਾਂ ਕਿ ਇੱਕ ਸੱਚੀ ਸ਼ਰਧਾਂਜਲੀ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰੀ ਸਰਕਾਰੀ ਸਤਹ ਦੇ ਉੱਤੇ ਸਾਹਿਬਜ਼ਾਦਿਆਂ ਦਾ ਜ਼ਿਕਰ ਜਿਹੜਾ ਹੈ ਇੱਕੋ ਟਾਈਮ 'ਚ ਸਾਰੇ ਸਕੂਲਾਂ 'ਚ ਕੀਤਾ ਜਾ ਰਿਹਾ ਹੈ। ਮੈਂ ਸਾਰੇ ਬੱਚਿਆਂ ਨੂੰ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਅੱਜ ਤੋਂ ਆਪਣੇ ਅੰਦਰ ਕੋਈ ਤਬਦੀਲੀ ਲਿਆਉਣ ਦੇ ਲਈ ਅੱਗੇ ਵਧੋਗੇ ਤੇ ਇਨਸ਼ਾਅੱਲਾ ਤਾਲਾ ਆਉਣ ਵਾਲੀਆਂ ਨਸਲਾਂ ਵੀ ਜਿਹੜੀਆਂ ਉਹ ਤੁਹਾਨੂੰ ਯਾਦ ਰੱਖਣਗੀਆਂ। ਇਹਨਾਂ ਹੀ ਅੱਖਰਾਂ ਦੇ ਨਾਲ ਇਜਾਜ਼ਤ ਚਾਹੁੰਦਾ। ਬਹੁਤ ਬਹੁਤ ਧੰਨਵਾਦ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਦਾ, ਜਿਨ੍ਹਾਂ ਨੇ ਇਤਿਹਾਸ ਦਾ ਇੱਕ ਨਿਵੇਕਲਾ ਤੇ ਵੱਖਰਾ ਪੱਖ ਆਪ ਜੀ ਨਾਲ ਸਾਂਝਾ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਦਾ ਇਹ ਉਪਰਾਲਾ ਹੈ, ਜਿਨ੍ਹਾਂ ਦੀ ਜ਼ਹਿਨ ਦੇ ਵਿੱਚੋਂ ਇਹ ਪ੍ਰੋਜੈਕਟ ਨਿਕਲਿਆ ਔਰ ਜਿਨ੍ਹਾਂ ਦੀ ਇੱਛਾ ਸੀ ਕਿ ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪੰਜਾਬ ਭਰ ਦੇ ਸਕੂਲਾਂ ਦੇ ਬੱਚਿਆਂ ਨੂੰ ਜਾਣੂ ਕਰਵਾਈਏ। ਮੈਂ ਬੇਨਤੀ ਕਰਾਂਗਾ ਸਰਦਾਰ ਪ੍ਰਗਟ ਸਿੰਘ ਜੀ, ਸਿੱਖਿਆ ਮੰਤਰੀ ਪੰਜਾਬ, ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਣ ਕੇ। प्यारे बच्चों, अध्यापक साहबान और अज इस मंच पे क्योंकि ज्ञानी हरप्रीत सिंह जी, जथेदार अकाल तख्त साहब, मौलाना मुहम्मद उस्मान लुधियानवी जी और साडे सिख अलायंस तो परमपाल सिंह जी और सुखदेव सिंह जी और प्यारियां बच्चियां जिहड़ियां गुरजोत और तनीशा जी, इन्हां ने ज्ञानी जी ने तो हजे आपां नूं संदेश देना, लेकिन इन्हां दा मैं सारियां दा बहुत बहुत धन्नवाद करदा क्योंकि जहन दे विच क्यों गल ये आई कि मैनूं लगदा कि जिहड़ी साडी नवीं पीढ़ी आ उन्हां लई ये जिहड़ियां शहादतां होईयां, ये जिहड़ी सोच बनी, शायद इदों वड्डा रोल मॉडल कोई ना हो सके। हमेशा जदों बच्चा हुंदा वो किसी ना किसी नूं अपने रोल मॉडल वल देख के तां उदां दी इमेजिनेशन करके ਤਾਂ ਕਿਤੇ ਨਾ ਕਿਤੇ ਉਹਨਾਂ ਪੱਦਾਂ ਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰਦਾ। ਸੋ ਮੇਰੇ ਜ਼ਿਹਨ 'ਚ ਇੱਕੋ ਹੀ ਗੱਲ ਆਈ ਕਿ ਕਿਉਂ ਨਾ ਜਦੋਂ ਵੀ ਉਹਨਾਂ ਮਹਾਨ ਸ਼ਖਸੀਅਤਾਂ ਨੇ ਇਸ ਸਮਾਜ ਦੇ ਵਿੱਚ ਉਹਨਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਯੋਗਦਾਨ ਪਾਇਆ, ਉਹਨਾਂ ਦਾ ਸਮੇਂ-ਸਮੇਂ ਤੇ ਇਹਨਾਂ ਬੱਚਿਆਂ ਨੂੰ ਜਿਹੜਾ ਉਹਨਾਂ ਦੀ ਜਿਹੜੀ ਸੋਚ ਸੀ ਉਹਦੇ ਬਾਰੇ ਜਾਣੂ ਕਰਾਇਆ ਜਾਵੇ ਔਰ ਉਹ ਇਹਨਾਂ ਰੋਲ ਮਾਡਲ ਤੋਂ ਕਿਤੇ ਨਾ ਕਿਤੇ ਸੇਧ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਉੱਦਾਂ ਦੀ ਸੋਚ ਜਿਹੜੀ ਆ ਉਹ ਪ੍ਰਵਿਰਤੀ ਜਿਹੜੀ ਆਵੇ। ਮੈਂ ਹਮੇਸ਼ਾ ਇਮੇਜਿਨ ਕਰਦਾ ਹੁੰਦਾ ਕਿਉਂਕਿ ਅੱਜ ਕਈ ਗੱਲਾਂ ਕਹਿਣੀਆਂ ਜਾਂ ਆਪਾਂ ਇਹਨੂੰ ਇਹ ਸੋਚੀਏ ਵੀ ਇਹ ਸ਼ਾਇਦ ਕਹਾਣੀ ਸੀ, ਇਹ ਕਹਾਣੀ ਨਹੀਂ ਸੀ, ਇਹ ਅਸਲੀਅਤ ਸੀ। ਅਸੀਂ ਕਈ ਵਾਰੀ ਇਦਾਂ ਦੀ ਗੱਲ ਸੋਚ ਲੈਂਦੇ ਆ ਕਿਉਂਕਿ ਉਹੋ ਜੀ ਔੜ ਅਵਸਥਾ ਔਰ ਉਹੋ ਜਿਹਾ ਸਮਾਂ
ਇਮੈਜਿਨ ਕਰਕੇ ਦੇਖੀਏ ਵੀ ਜਦੋਂ, ਕਿਉਂਕਿ ਇਹਨੂੰ ਆਪਾਂ ਇਸ ਜਿਹੜਾ 6 ਪੋਹ ਤੋਂ ਲੈ ਕੇ 13 ਪੋਹ ਤੱਕ ਦਾ ਸਮਾਂ ਆਪਾਂ ਉਹਨੂੰ ਸਫਰੇ ਸ਼ਹਾਦਤ ਦਾ ਨਾਂ ਜਿਹੜਾ ਉਹ ਦਿੰਨੇ ਆ। ਕਿਉਂਕਿ ਅਸੀਂ ਤਾਂ ਚਲੋ, ਮੈਂ ਖੇਡਾਂ ਦੀ ਦੁਨੀਆ ਚੋਂ ਆਇਆ ਤੇ ਕਿਉਂਕਿ ਉਹਦੇ ਵਿੱਚ ਕੌਨਫੀਡੈਂਸ, ਉਹਦੇ ਵਿੱਚ ਕੈਲਕੂਲੇਸ਼ਨਸ, ਅੱਛਾ ਉਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਮੈਨੂੰ ਖੇਡਾਂ ਦੇ ਵਿੱਚ ਵੀ ਲੱਗਦੀ ਹੈ ਕਿ ਜੇ ਖਿਡਾਰੀ ਚੰਗਾ, ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਤੇ ਉਹ ਚੰਗਾ ਤੇ ਚੰਗਾ। ਅੱਛਾ ਇਹਦੇ ਵਿੱਚ ਚਾਹੇ ਆਪਾਂ ਦੀਵਾਨ ਟੋਡਰਮਲ ਜੀ ਦੀ ਗੱਲ ਕਰ ਲਈਏ, ਚਾਹੇ ਨਵਾਬ ਮਲੇਰਕੋਟਲਾ ਦੀ ਗੱਲ ਕਰ ਲਈਏ, ਚਾਹੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਗੱਲ ਕਰ ਲਈਏ, ਇੱਕ ਅਸਲੀ ਗੱਲ ਹੈ ਇਨਸਾਨੀਅਤ ਦੀ ਲੜਾਈ ਸੀ। ਉਹ ਇਨਸਾਨੀਅਤ ਦਾ ਧਰਮ ਜਿਹੜਾ ਆ, ਕਿਉਂਕਿ ਬਾਬੇ ਨਾਨਕ ਨੇ ਜਦੋਂ 1469 ਦੇ ਵਿੱਚ, ਕਿਉਂਕਿ ਉਸ ਸਮੇਂ ਵੀ ਮੈਨੂੰ ਕਦੀ ਕਦੀ ਐਂ ਲੱਗਦਾ ਹੁੰਦਾ ਅੱਜ ਦਾ ਸਮਾਂ ਵੀ ਤੇ ਉਦੋਂ ਦਾ ਸਮਾਂ ਵੀ ਕਿਤੇ ਨਾ ਕਿਤੇ ਮੇਲ ਜ਼ਰੂਰ ਖਾਂਦਾ। ਅੱਜ ਲਹਿਜ਼ਾ ਬਦਲ ਗਿਆ, ਅੱਜ ਰਿਸੋਰਸਸ ਬਦਲ ਗਏ, ਲੇਕਿਨ ਜਿਹੜਾ ਕਿਰਦਾਰ ਹੈ ਉਹਦੇ ਵਿੱਚ ਵੀ ਕਮੀ ਪੇਸ਼ੀ ਆਈ। ਅੱਜ ਸੱਚੀ ਗੱਲ ਹੈ, ਚਾਹੇ ਮੈਂ ਪੋਲਿਟਿਕਸ ਦੇ ਵਿੱਚ ਆ, ਮੈਂ ਨੌਕਰੀਆਂ ਵੀ ਕੀਤੀਆਂ, ਕਿਰਦਾਰ ਦੀ ਕਮੀ ਜਿਹੜੀ ਆ ਉਹ ਸਾਡੇ ਸਾਹਮਣੇ ਆਉਂਦੀ ਆ। ਕਿਉਂਕਿ ਮੈਨੂੰ ਬੱਚਿਓ ਦੁਨੀਆ ਤੇ ਉੱਤੇ ਜਾਣ ਦਾ ਮੌਕਾ ਮਿਲ ਗਿਆ, ਉਹ ਵੀ ਖੇਡਾਂ ਦੁਆਰਾ। ਜਿਹੜੀਆਂ ਚੰਗੀਆਂ ਕੌਮਾਂ ਜਿਨ੍ਹਾਂ ਦਾ ਕਿਰਦਾਰ ਉੱਚਾ ਤੇ ਸੁੱਚਾ, ਉਹ ਦੇਸ਼ ਜਾਂ ਸੂਬੇ ਜਿਹੜੇ ਆ ਉਹ ਹਮੇਸ਼ਾ ਜਿਹੜਾ ਆ ਉਹ ਤਰੱਕੀ ਕਰਦੇ ਆ। ਹੁਣ ਤਰੱਕੀ ਕੀ ਆ ਕਿ ਉਸ ਇਨਸਾਨੀਅਤ ਤੇ ਪਹਿਰਾ ਦੇਣਾ, ਇਨਸਾਨੀਅਤ ਨੂੰ ਅੱਗੇ ਵਧਾਉਣਾ, ਇਹ ਬੇਸਿਕਲੀ ਸਾਡੇ ਗੁਰੂਆਂ ਦੀ ਫਿਲਾਸਫੀ ਹੈ। ਸੋ ਮੈਂ ਤਾਂ ਜਿੱਥੇ ਅੱਜ ਆਪਾਂ ਜਿਹੜਾ ਇਹ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਦੀ ਗੱਲ ਕੀਤੀ ਆ, ਕਿਉਂਕਿ ਮੈਨੂੰ ਤਾਂ ਜਿੰਨੀ ਕੁ ਗੱਲ ਸਮਝ ਆਉਂਦੀ ਆ, ਕਿਉਂਕਿ ਮੌਲਾਨਾ ਸਾਹਿਬ ਨੇ ਔਰ ਨੇ ਉਸ ਸਮੇਂ ਤੇ ਰੋਲ ਮਾਡਲ ਇਸ ਸੰਸਾਰ ਨੂੰ ਦਿੱਤੇ ਆ। ਅਸੀਂ ਸਿਰਫ ਛੁੱਟੀ ਕਰ ਲੈਂਦੇ ਆ, ਅਸੀਂ ਕਹਿੰਦੇ ਜੀ ਅੱਜ ਛੁੱਟੀ ਹੈ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹ 1 ਘੰਟੇ ਦਾ ਹਮੇਸ਼ਾ ਉਸ ਸ਼ਖਸੀਅਤ ਨੂੰ ਸ਼ਰਧਾਂਜਲੀ ਇਹ ਉਹਦੇ ਰੂਪ ਦੇ ਵਿੱਚ ਹੋਊਗੀ ਕਿ ਉਹਨਾਂ ਬੱਚਿਆਂ ਨੂੰ ਆਪਾਂ ਜਿਹੜਾ ਆ ਉਹ ਦੱਸੀਏ ਵੀ ਇਹਨਾਂ ਦਾ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਫਲਸਫਾ ਕੀ ਸੀ, ਇਹਨਾਂ ਦਾ ਰੋਲ ਕੀ ਸੀ, ਔਰ ਉਸ ਰੋਲ ਮਾਡਲ ਤੋਂ ਆਪਾਂ ਸੇਧ ਲੈ ਕੇ ਇਹ ਬੱਚੇ ਅੱਗੇ ਜਿਹੜਾ ਉਹ ਵਧਣਗੇ। ਔਰ ਮੈਂ ਕਿਉਂਕਿ ਜਦੋਂ ਇੱਦਾਂ ਦੀ ਗੱਲ ਆਉਂਦੀ ਆ, ਚਾਹੇ ਛੋਟੇ ਸਾਹਿਬਜ਼ਾਦੇ ਜਦੋਂ ਨਵਾਬ ਦੀ ਕਚਹਿਰੀ ਦੇ ਵਿੱਚ ਪੇਸ਼ ਹੋਏ, ਤੇ ਤੁਸੀਂ ਆਪਾਂ ਸੋਚ ਨਹੀਂ ਸਕਦੇ, ਆਪਾਂ ਕਈ ਵਾਰੀ ਨਾ ਮਾੜਾ ਜਿਹਾ ਚੀਚੀ ਤੇ ਕੁਛ ਹੋ ਜਵੇ ਤਾਂ ਫਿਰ ਆਪਾਂ ਸੋਚਦੇ, ਕਿਉਂਕਿ ਅੱਜ ਮੈਨੂੰ ਲੱਗਦਾ ਠੰਡ ਦੀ ਗੱਲ ਆਉਂਦੀ ਆ ਤੇ ਮੇਰੇ ਖਿਆਲ 1 ਕੰਬਲ ਫਿਰ 2 ਕੰਬਲ, ਤੇ ਉਹ ਸਮਾਂ ਜਦੋਂ ਉਹਦਾ ਮਹੀਨਾ ਹੋਵੇ ਤੇ ਉਹ ਬੱਚੇ ਜਿਹੜੇ ਆ ਉਹ ਇਹੋ ਜਿਹੀ ਥਾਟ ਪ੍ਰੋਸੈਸ ਰੱਖਦੇ ਹੋਣ, ਤੁਸੀਂ ਉਹਨਾਂ ਦਾ ਕੌਨਫੀਡੈਂਸ ਦਾ ਲੈਵਲ, ਤੁਸੀਂ ਉਹਨਾਂ ਦੀ ਜਿਹੜੀ ਥਰਸਟ ਹੈ, ਉਹ ਜਿਹੜੀ ਉਹਨਾਂ ਦਾ ਜਜ਼ਬਾ, ਸ਼ਾਇਦ ਆਪਾਂ ਨੂੰ ਕਿਤੇ ਨਾ ਕਿਤੇ ਸਾਰਿਆਂ ਨੂੰ ਜਿਹੜਾ ਉਹ ਟੁੰਬਣ ਲਾ ਦੇਵੇ ਕਿ ਹਾਂ ਵੀ ਅਸੀਂ ਅੱਜ ਦੀ ਦੁਨੀਆ ਦੇ ਵਿੱਚ ਅਸੀਂ ਛੋਟੀ ਜੀ ਗੱਲ ਪਿੱਛੇ ਝੂਠ ਬੋਲਣ ਲੱਗ ਪੈਂਦੇ ਹਾਂ, ਅਸੀਂ ਛੋਟੀ ਜੀ ਗੱਲ ਪਿੱਛੇ ਕੰਪਰੋਮਾਈਜ਼ ਕਰ ਜਾਂਦੇ ਹਾਂ। ਗੱਲ ਸਿਰਫ ਸਿੱਖ ਧਰਮ ਦੀ ਨਹੀਂ ਹੈ, ਗੱਲ ਉਸ ਫਿਲਾਸਫੀ ਦੀ ਆ, ਗੱਲ ਉਸ ਇਨਸਾਨੀਅਤ ਦੀ ਆ ਜਿਹਦੇ ਤੇ ਆਪਾਂ ਨੇ ਸਾਰਿਆਂ ਨੇ ਜਿਹੜਾ ਉਹ ਪਹਿਰਾ ਦੇਣਾ। ਤਾਂ ਹੀ ਸਾਡਾ ਸਮਾਜ ਅੱਗੇ ਵਧੂਗਾ, ਤਾਂ ਹੀ ਸਾਡਾ ਸੂਬਾ ਅੱਗੇ ਵਧੂਗਾ, ਤਾਂ ਹੀ ਸਾਡਾ ਅੱਗੇ ਦੇਸ਼ ਵਧੂਗਾ, ਤਾਂ ਹੀ ਸਾਡੀ ਇਨਸਾਨੀਅਤ ਜਿਹੜੀ ਆ ਉਹ ਅੱਗੇ ਵਧੂਗੀ। ਸੋ ਮੈਂ ਤਾਂ ਖਾਸ ਕਰਕੇ ਇਹਨਾਂ ਬੱਚਿਆਂ ਨੂੰ ਇਹੀ ਜਿਹੜੀ ਆ ਮੇਰੀ ਸੁਜੈਸ਼ਨ ਹੈ ਕਿ ਆਪਾਂ, ਕਿਉਂਕਿ ਇਹ ਸਾਰੇ ਸਕੂਲਾਂ ਦੇ ਵਿੱਚ, ਸਾਰੇ ਕਾਲਜਸ ਦੇ ਵਿੱਚ, ਚਾਹੇ ਉਹ ਪ੍ਰਾਈਵੇਟ ਹੋਣ ਚਾਹੇ ਉਹ ਸਰਕਾਰੀ ਹੋਣ, ਇਹ ਸਾਰਿਆਂ ਨੂੰ ਜਿਹੜਾ ਸਿੱਖਿਆ ਵਿਭਾਗ ਨੇ ਕਿਹਾ ਸੀ ਕਿ ਤੁਸੀਂ 1 ਘੰਟੇ ਦਾ ਆਪਣੇ ਸਕੂਲ ਦੇ ਵਿੱਚ, ਆਪਣੀ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਇੱਕ ਸਮਾਗਮ ਕਰੋ, ਤਾਂ ਕਿ ਇਹ ਜਿਹੜੀ ਏਡੀ ਵੱਡੀ ਸ਼ਹਾਦਤ ਹੋਈ ਆ, ਜਿਹਦੀ ਦੁਨੀਆ ਤੇ ਸ਼ਾਇਦ ਹੋਰ ਕੋਈ ਮਿਸਾਲ ਇਸ ਉਮਰ ਦੇ ਵਿੱਚ ਨਾ ਮਿਲਦੀ ਹੋਵੇ, ਇਹ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਾਈਏ। ਸੋ ਮੈਂ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਾ, ਔਰ ਖਾਸ ਕਰਕੇ ਮੌਲਾਨਾ ਸਾਹਿਬ ਦਾ, ਔਰ
ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਔਰ ਖਾਸ ਕਰਕੇ ਸਾਡੇ ਪਰਮਪਾਲ ਜੀ ਔਰ ਸੁਖਦੇਵ ਜੀ ਔਰ ਇਹਨਾਂ ਬੱਚੀਆਂ ਨੇ ਜਿਨ੍ਹਾਂ ਨੇ ਸਾਨੂੰ ਉਸ ਇਤਿਹਾਸ ਤੋਂ ਜਾਣੂ ਕਰਾਇਆ। ਮੈਂ ਇਹਨਾਂ ਸਾਰਿਆਂ ਦਾ ਸਿੱਖਿਆ ਵਿਭਾਗ ਵੱਲੋਂ, ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਧੰਨਵਾਦ ਕਰਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਪ੍ਰਗਟ ਸਿੰਘ ਜੀ ਦਾ, ਔਰ ਜਿਨ੍ਹਾਂ ਦਾ ਇਹ ਉਪਰਾਲਾ ਸੀ, ਸਾਡੇ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਸਤਿਕਾਰ, ਧੰਨਵਾਦ, ਜਿਨ੍ਹਾਂ ਦੇ ਕਾਰਨ ਅੱਜ ਇਹ ਸੰਭਵ ਹੋ ਸਕਿਆ ਕਿ ਅਸੀਂ ਤੁਹਾਡੇ ਨਾਲ ਵਿਚਾਰ ਕਰਨ ਜੋਗੇ ਹੋਏ ਹਾਂ ਔਰ ਇਹ ਮੌਕਾ ਦਿੱਤਾ। ਹੁਣ ਆਖਰ ਦੇ ਵਿੱਚ ਸਿੱਖਾਂ ਦੀ ਸੁਪਰੀਮ ਸੰਸਥਾ, ਸੁਪਰੀਮ ਅਥਾਰਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਆਪ ਜੀ ਨੂੰ ਕੁਝ ਮਿੰਟਾਂ ਲਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਾਣੂ ਕਰਾਉਣ ਲਈ ਸੁਨੇਹਾ ਦੇਣਗੇ, ਔਰ ਇਸ ਤੋਂ ਬਾਅਦ ਸਰਦਾਰ ਪ੍ਰਗਟ ਸਿੰਘ ਜੀ ਦਾ ਸਨਮਾਨ ਹੋਣਾ। ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਆਪ ਇਕਾਗਰ ਹੋ ਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਸੁਨੇਹਾ ਜਿਹੜਾ ਉਹ ਇਕਾਗਰ ਹੋ ਕੇ ਸੁਣੋ ਜੀ। ਧੰਨਵਾਦ। ਹੁਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਆਪ ਜੀ ਨੂੰ ਸੰਬੋਧਨ ਕਰਦੇ। आगे